ਦੇਸ਼ ਦੁਨੀਆ 'ਚ ਵਸਦੇ ਪੰਜਾਬੀਆਂ ਨੂੰ ਖੁਸ਼ਾਮਦੀਦ। ਮੈਂ ਹਰਜਿੰਦਰ ਸਿੰਘ ਰੰਧਾਵਾ, ਤੁਸੀਂ ਦੇਖ ਰਹੇ ਹੋ ਪੰਜਾਬ ਟੈਲੀਵਿਜ਼ਨ ਔਰ ਮੇਰੇ ਨਾਲ ਨੇ ਸੀਨੀਅਰ ਜਰਨਲਿਸਟ ਪੰਜਾਬ ਟੈਲੀਵਿਜ਼ਨ ਦੇ ਐਡੀਟਰ ਸਰਦਾਰ ਹਮੀਦ ਸਿੰਘ ਜੀ, ਇਹਨਾਂ ਦੇ ਨਾਲ ਨੇ ਸਰਦਾਰ ਜਗਤਾਰ ਸਿੰਘ ਜੀ ਇੰਡੀਅਨ ਐਕਸਪ੍ਰੈਸ ਤੋਂ। ਦੋਨਾਂ ਨੂੰ ਜੀ ਆਇਆਂ। ਥੈਂਕ ਯੂ ਜੀ, ਸ਼ੁਕਰੀਆ ਜੀ। ਕੌਮ ਦੇ ਕਾਰਜਕਾਰੀ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਸਿੱਧਿਓਂ ਸੰਬੋਧਿਤ ਸੀਗੇ ਹੋਲਾ ਮਹੱਲਾ ਮੌਕੇ। ਉਹ ਦੇਸ਼ ਦੀ ਹਕੂਮਤ ਨੂੰ, ਸਟੇਟ ਨੂੰ ਸਿੱਧਿਓਂ ਐਡਰੈਸ ਕਰਦੇ ਆ, ਕੁਝ ਸ਼ਿਕਵੇ ਕਰਦੇ ਆ, ਅਕਾਲੀ ਦਲ ਲਈ ਕੁਝ ਪੈਮਾਨਿਆਂ ਦਾ ਜ਼ਿਕਰ ਕਰਦੇ ਆ। ਬੜੀਆਂ ਦਿਲਚਸਪ ਗੱਲਾਂ ਨੇ। ਇੱਕ ਅਰਸੇ ਬਾਅਦ ਉਹਨਾਂ ਦਾ ਇਹ ਰੂਪ ਦੇਖਣ ਨੂੰ ਮਿਲਿਆ ਜਦੋਂ ਉਹਨਾਂ ਦੀ ਤਾਜਪੋਸ਼ੀ ਹੁੰਦੀ ਹੈ, ਜਦੋਂ ਉਹਨਾਂ ਨੂੰ ਕਾਰਜਕਾਰੀ ਜਥੇਦਾਰ ਲਾਇਆ ਜਾਂਦਾ। ਉਸ ਤੋਂ ਬਾਅਦ ਕਈ ਵਾਰੀ ਉਹਨਾਂ ਦਾ ਇਹ ਰੂਪ ਦੇਖਣ ਨੂੰ ਮਿਲਿਆ ਸਿਧਾਂਤਕ ਗੱਲਾਂ ਦੇ ਨਜ਼ਰੀਏ ਤੋਂ। ਅੱਜ ਉਹ ਕੀ ਕਹਿ ਰਹੇ ਨੇ ਇਹ ਬਹੁਤ ਅਹਿਮ ਆ। ਸਰਦਾਰ ਜਗਤਾਰ ਸਿੰਘ ਹੋਣਾ ਤੋਂ ਸਭ ਤੋਂ ਪਹਿਲਾਂ ਸਮਝਦੇ ਆ, ਪਰ ਦੂਜਾ ਮੁੱਦਾ ਅਸੀਂ ਐਡਰੈਸ ਕਰਨਾ ਹੈ, ਉਹ ਕੋਈ ਘੱਟ ਅਹਿਮ ਨਹੀਂ। ਸਾਡੇ ਨੌਜਵਾਨਾਂ 'ਚ ਹਿੰਸਕ ਪ੍ਰਵਿਰਤੀਆਂ ਕਿਉਂ ਵੱਧ ਰਹੀਆਂ ਨੇ? ਕਤਲੋਗਾਰਤ ਕਿਉਂ ਵੱਧ ਰਹੀ ਹੈ? ਗੈਂਗਸਟਰ ਦੇ ਰੂਪ ਦੇ ਵਿੱਚ ਸਾਡਾ ਕਲਚਰ ਵਿਕਸਿਤ ਹੋ ਰਿਹਾ। ਕੋਈ ਗੀਤ ਗੰਨਾ ਵਾਲਾ ਹੈ, ਕਤਲਾਂ ਵਾਲਾ ਹੈ, ਉਹ ਰਾਤੋਂ ਰਾਤ ਮਿਲੀਅਨ ਬਿਲੀਅਨ ਤੱਕ ਵਿਊਜ਼ ਆ ਜਾਂਦੇ। ਉਹਦੇ ਕਿੱਦਾਂ ਆ ਜਾਂਦੇ ਆ? ਸਾਡੇ ਬੱਚਿਆਂ ਦੇ ਅੰਦਰ ਇਹ ਚੀਜ਼ਾਂ ਕਿਵੇਂ ਇਨਕਲਕੇਟ ਕਰਤੀਆਂ ਹੋ ਗਈਆਂ? ਇਹ ਬੱਚਿਆਂ ਨੂੰ ਮਾਹੌਲ, ਸਮਾਜਿਕ ਤੌਰ ਤੇ ਅਸੀਂ ਕਿੱਥੇ ਗਲਤੀਆਂ ਕਰ ਆਏ? ਇਹ ਸਾਰੀਆਂ ਗੱਲਾਂ ਗੱਲ ਕਰਨ ਵਾਲੀਆਂ। ਸਰਦਾਰ ਜਗਤਾਰ ਸਿੰਘ ਜੀ, ਸਭ ਤੋਂ ਪਹਿਲਾਂ ਜਥੇਦਾਰ ਕਾਰਜਕਾਰੀ ਗਿਆਨੀ ਹਰਪ੍ਰੀਤ ਸਿੰਘ ਬਹੁਤ ਸਟੀਕ ਭਾਸ਼ਾ ਦੇ ਵਿੱਚ ਸਟੇਟ ਨੂੰ ਨਿਸ਼ਾਨੇ ਤੇ ਲੈਂਦੇ ਨੇ। ਮੇਰੇ ਖਿਆਲ ਹੁਣ ਤੱਕ ਦੀ ਉਹਨਾਂ ਦੀ ਸਿੱਧੀ ਭਾਸ਼ਾ ਤੇ ਸਿੱਧਾ ਨਿਸ਼ਾਨਾ। ਇਹ ਬਹੁਤ ਅਹਿਮ ਸਵਾਲ ਰਹੂਗਾ ਆਉਂਦੇ ਦਿਨਾਂ 'ਚ। ਜਥੇਦਾਰ ਸਾਹਿਬ ਇਹਦਾ ਮਤਲਬ ਨੈਰੇਟਿਵ ਸੈੱਟ ਕਰ ਰਹੇ ਨੇ ਸ਼੍ਰੋਮਣੀ ਕਮੇਟੀ ਦੇ ਲਿਹਾਜ਼ ਨਾਲ, ਤੇ ਅਕਾਲੀ ਦਲ ਲਈ ਵੀ ਉਹ ਪੈਮਾਨਾ ਸੈੱਟ ਕਰ ਦਿੰਦੇ ਨੇ। ਔਖਾ ਇਸ ਡਗਰ ਤੇ ਤੁਰਨਾ, ਕੀ ਕਹਿੰਦੇ ਹੋ? ਜਥੇਦਾਰ ਜੀ ਅਨੰਦਪੁਰ ਸਾਹਿਬ ਅੱਜ ਉਹਨਾਂ ਨੇ ਆਪਣਾ ਸੰਦੇਸ਼ ਦਿੱਤਾ ਕੌਮ ਦੇ ਨਾਂ ਤੇ ਹੋਲੇ ਮਹੱਲੇ ਤੇ। ਜਥੇਦਾਰ ਜੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਸਟੂਡੈਂਟ ਹੈਗੇ ਤੇ ਮੇਰੇ ਖਿਆਲ PhD ਕਰ ਰਹੇ ਸੀਗੇ, ਪੜ੍ਹੇ ਲਿਖੇ ਜਥੇਦਾਰ ਹੈਗੇ। ਇਸ ਤੋਂ ਪਹਿਲਾਂ ਪ੍ਰੋਫੈਸਰ ਮਨਜੀਤ ਸਿੰਘ ਪੜ੍ਹੇ ਲਿਖੇ ਆਏ ਸੀ, ਉਹ ਵੀ ਅਨੰਦਪੁਰ ਸਾਹਿਬ ਹੀ ਸੈਟਲਡ ਹੈਗੇ ਅੱਜ ਕੱਲ੍ਹ। ਜਦੋਂ ਹਰਪ੍ਰੀਤ ਸਿੰਘ ਜੀ ਨੇ ਇਹ ਜਥੇਦਾਰ ਅਕਾਲ ਤਖਤ ਦਾ ਅਹੁਦਾ ਸੰਭਾਲਿਆ ਸੀ, ਕਾਰਜਕਾਰੀ ਜਥੇਦਾਰ, ਉਦੋਂ ਵੀ ਇਹ ਇੰਪ੍ਰੈਸ਼ਨ ਬੜਾ ਵਧੀਆ ਇਹਨਾਂ ਦਾ ਪਿਆ ਸੀ ਕਿ ਇਹ ਬਹੁਤ ਆਰਟੀਕੂਲੇਟ ਹੈ, ਇਹਨਾਂ ਦੀ ਸਮਝ ਬਹੁਤ ਡੀਪ ਹੈ ਤੇ ਬੜੇ ਚਿਰਾਂ ਬਾਅਦ ਕੋਈ ਠੀਕ ਗੱਲ ਕਰਨ ਵਾਲਾ ਜਥੇਦਾਰ ਸਾਹਮਣੇ ਆਇਆ। ਤੇ ਅੱਜ ਇਹਨਾਂ ਨੇ 3 ਨੁਕਤਿਆਂ ਤੇ ਗੱਲ ਕੀਤੀ ਹੈ। ਇੱਕ ਕਹਿੰਦੇ ਵੀ ਸਿੱਖ ਸੰਸਥਾਵਾਂ, ਪਹਿਲਾਂ ਤਾਂ ਆਪਾਂ ਲਈਏ ਵੀ ਯੂਥ ਦੇ ਵਿੱਚ ਹੁੱਲੜਬਾਜ਼ੀ ਬਹੁਤ ਆ ਗਈ। ਦੂਜਾ, ਸਿੱਖ ਸੰਸਥਾਵਾਂ ਦੀ ਗੱਲ ਕਰਦੇ ਆ ਕਿ ਸਿੱਖ ਸੰਸਥਾਵਾਂ ਦੇ ਵਿੱਚ ਪਿਛਲੇ 20-25 ਸਾਲਾਂ ਦੇ ਵਿੱਚ ਜੋ ਕੁਛ ਅਟੈਕ ਇਹਨਾਂ ਸੰਸਥਾਵਾਂ ਤੇ ਹੋਇਆ, ਉਹਦੇ ਕਰਕੇ ਇਹਨਾਂ ਸੰਸਥਾਵਾਂ ਦੇ ਵਿੱਚ ਕਾਫੀ ਗਿਰਾਵਟ ਆਈ ਹੈ। ਦੂਸਰਾ ਗੱਲ ਕਰਦੇ ਫਿਰ ਨਾਲ ਇਹਦੇ ਤੀਸਰੀ ਕਹਿ ਲਓ ਤੁਸੀਂ, ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਬਣੀ ਹੈ, ਇਹਦੇ ਬਾਰੇ ਤੇ ਸਿੱਧੇ ਹੀ ਉਹਨਾਂ ਨੇ ਬੜੇ ਇੰਟਰਸਟਿੰਗ ਆਬਜ਼ਰਵੇਸ਼ਨ ਦਿੱਤੀ ਹੈ ਕਿ ਜਿਵੇਂ ਇਹ ਸਿੱਖਾਂ ਦੀ ਸੰਸਥਾ ਨੂੰ ਤੋੜਨ ਦੀ ਕੋਸ਼ਿਸ਼ ਹੋ ਰਹੀ ਹੈ ਤੇ ਸਾਡਾ ਸਰਾਪ ਲੱਗੂ ਤੇ ਪਾਰਲੀਮੈਂਟ ਦੇ ਵੀ ਟੁਕੜੇ ਹੋ ਜਾਣਗੇ ਕਿਸੇ ਵੇਲੇ। ਬੜੀ ਦੂਰ ਤੱਕ ਗੱਲ ਜਾਂਦੀ ਹੈ। ਤੀਸਰਾ ਉਹਨਾਂ ਨੇ ਗੱਲ ਕੀਤੀ ਹੈ ਵੀ ਚੌਥੀ ਗੱਲ ਅਕਾਲੀ ਦਲ ਦੇ ਰਿਵਾਈਵਲ ਦੀ, ਵੀ ਇਹ ਮੁੜ ਕੇ ਆਪਦੀ ਜਿਹੜੀ ਕਿਸਾਨੀ ਬੇਸ ਸੀ ਤੇ ਮਜ਼ਦੂਰ ਬੇਸ ਸੀ ਉਹਦੇ ਵੱਲ ਵਾਪਸ ਆਵੇ। ਗੱਲਾਂ ਬੜੀਆਂ ਵੱਡੀਆਂ। ਜਥੇਦਾਰ ਜੀ ਪਹਿਲਾਂ ਵੀ ਕਿਸੇ ਵੇਲੇ ਇੰਨਾ ਹੀ ਬਰਾਈਟ ਬੋਲਦੇ ਹੁੰਦੇ ਸੀ, ਅੱਜ ਵੀ ਬੜੇ ਚਿਰਾਂ ਬਾਅਦ ਬਰਾਈਟ ਉਹਨਾਂ ਹੀ ਬੋਲੇ ਹੈ। ਵਿੱਚੋਂ ਇਹਨਾਂ ਦਾ ਗੈਪ ਆ ਗਿਆ ਸੀਗਾ। ਇਹ ਆਪਣੀ ਤਕਰੀਰ ਇੱਕ ਸੁਣ ਲੈਣ ਤੇ ਇਹਨਾਂ ਨੂੰ ਸਮਝ ਆ ਜਾਊ ਵੀ ਗਿਰਾਵਟ ਸਿੱਖ ਸੰਸਥਾਵਾਂ ਦੇ ਕਿਉਂ ਆਈ ਹੈ। ਉਹ ਸੀ SGPC ਦੀ 100 ਸਾਲਾ ਜਿਹੜਾ ਫੰਕਸ਼ਨ ਹੋਇਆ ਸੀਗਾ ਮੰਜੀ ਸਾਹਿਬ ਦੀਵਾਨ ਹਾਲ ਦਰਬਾਰ ਸਾਹਿਬ ਦੇ ਵਿੱਚ। ਉਹ ਆਪਣੀ ਸਪੀਚ ਆਪੇ ਹੀ ਸੁਣ ਲੈਣ, ਕਈ ਜਵਾਬ ਉਹਨਾਂ ਨੂੰ ਮਿਲ ਜਾਣਗੇ। ਪੂਰੇ ਦਿਨ ਜਦੋਂ ਬੈਠ ਜਾਓ ਉਦੋਂ ਤੱਕ ਉਹ ਸਪੀਚ, ਉਹ ਵੀਡੀਓ ਦੇਖ ਲੈਣ। ਮੈਂ ਸਿੱਖ ਸੰਸਥਾਵਾਂ ਦੀ ਗੱਲ ਬਰੀਫਲੀ ਕਰਦਾ ਹਾਂ। 3 ਸਿੱਖ ਸੰਸਥਾਵਾਂ ਮੁੱਢਲੀਆਂ ਹੈਗੀਆਂ। ਨੰਬਰ 1 ਅਕਾਲ ਤਖਤ ਸਾਹਿਬ, ਨੰਬਰ 2 ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਤੀਸਰੀ ਸੰਸਥਾ ਹੈ ਸ਼੍ਰੋਮਣੀ ਅਕਾਲੀ ਦਲ। ਮੈਂ ਸ਼੍ਰੋਮਣੀ ਅਕਾਲੀ ਦਲ ਨੂੰ ਸਿਰਫ ਸਿਆਸੀ ਪਾਰਟੀ ਨਹੀਂ ਮੰਨਦਾ, ਮੈਂ ਹਮੇਸ਼ਾ ਹੀ ਇਹਨੂੰ ਸਿੱਖ ਸੰਸਥਾ ਮੰਨਦਾ। ਜਥੇਦਾਰ ਜੀ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਅਕਾਲੀ ਦਲ ਨੇ ਖੁਦ ਹੀ ਆਪਣੇ ਆਪ ਨੂੰ ਸਿੱਖਾਂ ਦੀ ਨੁਮਾਇੰਦਾ ਜਮਾਤ ਹੋਣ ਤੋਂ ਪਾਸਾ ਵੱਟ ਲਿਆ ਸੀ ਕਿਸੇ ਵੇਲੇ 1996 ਤੋਂ ਬਾਅਦ। ਜਿਹੜੀ ਇਹਨਾਂ ਦੀ ਤੁਸੀਂ ਸਿਆਸਤ ਲਓ ਤੇ ਇਹਨਾਂ ਨੇ ਫਾਰਮਲਾਈਜ਼ ਕਰਤਾ ਸੀ ਮੌਕਾ ਕਾਨਫਰੰਸ ਤੋਂ ਬਾਅਦ ਕਿ ਅਸੀਂ ਹੁਣ ਪੰਥਕ ਨਹੀਂ ਹੈ। ਪੰਥਕ ਲਫ਼ਜ਼ ਵਟਣਾ ਹੀ
ਇਹਨਾਂ ਨੇ ਬੰਦ ਕਰਤਾ ਸੀ। ਤੇ ਉਹਦਾ ਅਸਰ ਅੱਗੇ ਜਾ ਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਔਰ ਅਕਾਲ ਤਖਤ ਦੀ ਜਿਹੜੀ ਫੰਕਸ਼ਨਿੰਗ ਹੈ ਇਹਦੇ ਤੇ ਵੀ ਪਿਆ ਸੀ। ਸ਼੍ਰੋਮਣੀ ਕਮੇਟੀ ਇਹਨੂੰ ਕੰਟਰੋਲ ਕਰਦਾ ਹੈ ਐਸਜੀਪੀਸੀ, ਇਲੈਕਟਡ ਬਾਡੀ ਹੈ। ਅਕਾਲੀ ਦਲ ਜਿੱਤ ਕੇ ਹਮੇਸ਼ਾ ਹੀ ਆਇਆ ਤੇ ਹਮੇਸ਼ਾ ਹੀ ਇਹ ਸੰਸਥਾ ਅਕਾਲੀ ਦਲ ਕੋਲ ਰਹੀ ਹੈ ਤੇ ਐਸਜੀਪੀਸੀ ਹੀ ਤਖਤਾਂ ਦੀ ਮੈਨੇਜਿੰਗ ਬਾਡੀ ਹੈ। ਸਾਰੀਆਂ ਅਪਾਰਟਮੈਂਟਸ ਸਭ ਕੁਝ ਐਸਜੀਪੀਸੀ ਹੀ ਕਰਦੀ ਹੈ। ਤੇ ਆਪਾਂ ਨੂੰ ਪਤਾ ਵੀ ਪਹਿਲਾਂ ਕਿਵੇਂ ਇਹ ਅਕਾਲ ਤਖਤ ਦੇ ਜਥੇਦਾਰ ਬਦਲੇ ਜਾਂਦੇ ਰਹੇ। ਤੇ ਇਹਦੇ ਨਾਲ ਹੀ ਮੈਂ ਇੱਕ ਗੱਲ ਜ਼ਰੂਰ ਕਹੂੰਗਾ ਕਿ ਜਥੇਦਾਰ ਜੀ ਖੁਦ ਇੰਨੇ ਸਾਲਾਂ ਤੋਂ ਕਾਰਜਕਾਰੀ ਹੈ। ਜਦੋਂ ਇਹ ਸਿੱਖ ਸੰਸਥਾਵਾਂ ਦੇ ਗਿਰਾਵਟ ਦੀ ਗੱਲ ਕਰਦੇ ਆ, ਉਹਨਾਂ ਨੂੰ ਬਾਹਰੋਂ ਅਟੈਕ ਕਰਕੇ ਨਹੀਂ ਕਮਜ਼ੋਰ ਹੋਈਆਂ, ਜਿਹੜੀ ਇਹਨਾਂ ਦੇ ਅੰਦਰ ਨੁਕਸ ਪਏ ਹੋਏ ਹੈ ਇਹਨਾਂ ਸੰਸਥਾਵਾਂ ਦੇ, ਅਕਾਲੀ ਦਲ ਦੇ ਵਿੱਚ, ਐਸਜੀਪੀਸੀ ਦੇ ਵਿੱਚ ਤੇ ਅਕਾਲ ਤਖਤ ਦੇ ਫੰਕਸ਼ਨਿੰਗ ਦੇ ਵਿੱਚ, ਉਹਨਾਂ ਕਰਕੇ ਇਹ ਸਿਚੁਏਸ਼ਨ ਸਾਹਮਣੇ ਆਈ ਹੈ। ਮੈਂ ਐਗਜ਼ਾਮਪਲ ਇੱਕ ਹੋਰ ਦੇ ਦੇਣਾ, ਮੈਂ ਕੀ ਕਰਦਾ ਅਕਸਰ ਲਗਾਤਾਰ। ਜਥੇਦਾਰ ਜੀ ਅਕਾਲ ਤਖਤ ਦੇ ਕਾਰਜਕਾਰੀ ਜਥੇਦਾਰ ਹੈ ਤੇ ਆਲਮੋਸਟ ਹਰ ਨਾਲੇ ਬਠਿੰਡਾ ਆਪਣੇ ਤਲਵੰਡੀ ਸਾਬੋ ਤਖਤ ਦਮਦਮਾ ਸਾਹਿਬ ਦੇ ਜਥੇਦਾਰ ਹੈਗੇ। ਇਹਨਾਂ ਨੂੰ ਅਕਾਲ ਤਖਤ ਦਾ ਐਡੀਸ਼ਨਲ ਚਾਰਜ ਮਿਲਿਆ ਹੋਇਆ। ਇਹ ਆਲਮੋਸਟ ਹਰ ਹਫ਼ਤੇ ਤਲਵੰਡੀ ਸਾਬੋ ਜਾਂਦੇ ਆ। ਕਿ ਇਹਨਾਂ ਨੇ ਕਦੇ, ਇਹਨਾਂ ਦੀ ਗੱਡੀ ਨੇ ਕਦੇ ਬ੍ਰੇਕ ਮਾਰੀ ਆ? ਬਰਗਾੜੀ ਉੱਥੇ ਮੋਰਚਾ ਲੱਗਿਆ ਨਾ ਚਿਰ ਦਾ। ਜਦੋਂ ਸਿੱਖ ਸੰਸਥਾਵਾਂ ਦੀ ਗੱਲ ਕਰਦੇ ਹੈ ਕਿ ਜਥੇਦਾਰ ਅਕਾਲ ਤਖਤ ਦੀ ਇਹ ਜ਼ਿੰਮੇਵਾਰੀ ਨਹੀਂ ਹੈ ਕਿ ਉੱਥੇ ਰੋਕ ਕੇ ਕਦੇ ਉਹ ਪੁੱਛਦੇ ਵੀ ਦੱਸੋ ਭਾਈ ਕੀ ਗੱਲ ਹੈ। ਉਹ ਮੋਰਚਾ ਬਾਦਲ ਪਰਿਵਾਰ ਦੇ ਖਿਲਾਫ ਨਹੀਂ ਲੱਗਿਆ ਹੋਇਆ ਜਾਂ ਅਕਾਲ ਤਖਤ ਦੇ ਖਿਲਾਫ ਨਹੀਂ ਲੱਗਿਆ ਹੋਇਆ। ਉਹ ਗੁਰੂ ਦੀ ਬੇਇਨਸਾਫੀ ਜਿਹੜੀ ਬੇਅਦਬੀ ਹੋਈ ਉਹਦਾ ਇਨਸਾਫ ਮੰਗਣ ਵਾਸਤੇ ਮੋਰਚਾ ਲੱਗਿਆ ਹੋਇਆ ਇੰਨੇ ਸਾਲਾਂ ਦਾ। ਸੋ ਇਹ ਗੱਲਾਂ ਜਵਾਬ ਮੰਗਦੀਆਂ। ਨੰਬਰ 2, ਇਹਦੇ ਨਾਲ ਹੀ ਇੱਕ ਗੱਲ ਹੋਰ ਹੈ, ਜਦੋਂ ਸੰਸਥਾਵਾਂ ਦੀ ਗਿਰਾਵਟ ਦੀ ਗੱਲ ਕੀਤੀ ਜਾਂਦੀ ਹੈ, ਐਸਜੀਪੀਸੀ ਤੇ ਅਕਾਲ ਤਖਤ ਦੋਵੇਂ ਹੀ ਜਵਾਬ ਦੇਣ ਕਿ ਬਰਗਾੜੀ ਜਿਹੜਾ ਨੈਰੇਟਿਵ ਹੈ ਬੇਅਦਬੀ ਦਾ, ਜੋ ਇਹਨਾਂ ਦਾ ਕਿਰਦਾਰ ਰਿਹਾ ਹੈ ਦੋਵਾਂ ਸੰਸਥਾਵਾਂ ਦਾ, ਉਹਦੀ ਜਵਾਬਦੇਹੀ ਕਿਹਦੀ ਹੋਏਗੀ। ਮੈਂ ਅਕਾਲੀ ਦਲ ਦੀ ਗੱਲ ਹੀ ਨਹੀਂ ਕਰਦਾ। ਹਾਂਜੀ, ਸੋ ਇਹ ਇਸ਼ੂਸ ਮੋਟੇ ਹੈਗੇ ਹੈ। ਐਸਜੀਪੀਸੀ ਜਿਹੜੀ ਹਰਿਆਣਾ ਕਮੇਟੀ ਬਣੀ ਹੈ ਉਹਦੇ ਵਾਸਤੇ ਕੌਣ ਜ਼ਿੰਮੇਦਾਰ ਹੈ? ਇਹ ਤਾਂ ਐਕਟ 2014 ਦਾ ਪਾਸ ਹੋਇਆ ਵੇ, ਅੱਜ ਦਾ ਪਾਸ ਨਹੀਂ ਹੋਇਆ। ਜਿਹੜੇ ਹੁਣ ਦੀ ਗੱਲ ਕਰਦੇ ਹੈ ਜਥੇਦਾਰ ਜੀ, ਅੱਜ ਦਾ ਨਹੀਂ ਹੈ। ਔਰ ਇਹਦੀ ਜੜ 1966 ਦੇ ਪੰਜਾਬ ਰੀਆਰਗੇਨਾਈਜੇਸ਼ਨ ਐਕਟ ਦੇ ਵਿੱਚ ਹੈ। ਤੇ ਜਦੋਂ ਅਕਾਲੀ ਦਲ ਨੇ ਆਲ ਇੰਡੀਆ ਗੁਰਦੁਆਰਾ ਐਕਟ ਦੀ ਮੰਗ ਤੋਂ ਪੈਰ ਪਿੱਛੇ ਖਿੱਚ ਲਏ ਸੀਗੇ, ਉਹਦਾ ਰਿਜ਼ਲਟ ਸਾਹਮਣੇ ਹੈ। ਦੂਸਰੇ ਤੇ ਬਲੇਮ ਨਾ ਕਰਨ। ਇਹ ਵੀ ਸਵਾਲ ਹੈ ਕਿ ਕਈ ਵਾਰੀ ਤੁਸੀਂ ਉਸ ਖਿੱਤੇ ਦੇ ਲੋਕਾਂ ਨੂੰ ਢੁਕਵੀਂ ਨੁਮਾਇੰਦਗੀ ਦੇਣ ਦੀ ਬਜਾਏ ਕੁਝ ਆਪਣੇ ਲੋਕਾਂ ਨੂੰ ਅੱਗੇ ਲਾ ਲੈਂਦੇ ਹੋ। ਹਰਿਆਣੇ 'ਚ ਵੀ ਇੰਜ ਹੋਇਆ, ਇੱਕ ਦੋ ਲੋਕਾਂ ਦੇ ਨਾਂ ਚੱਲਦੇ ਰਹਿੰਦੇ ਆ ਕਿ ਪਿਛਲੇ 15-20 ਸਾਲਾਂ ਦੇ ਵਿੱਚ ਉਹਨਾਂ ਨੂੰ ਅੱਗੇ ਰੱਖਿਆ ਗਿਆ। ਜਨਤਾ ਦੇ ਜਿਹੜੇ ਨੁਮਾਇੰਦੇ ਸੀ, ਸਿੱਖਾਂ ਦੇ ਨੁਮਾਇੰਦੇ ਸੀ, ਉਹ ਆਈਸੋਲੇਟ ਹੋ ਗਏ। ਉਹਨਾਂ ਨੂੰ ਬਹੁਤੀ ਪ੍ਰਤੀਨਿਧਤਾ ਇੱਧਰ ਦਿੱਤੀ ਨਹੀਂ ਗਈ ਸ਼੍ਰੋਮਣੀ ਕਮੇਟੀ 'ਚ। ਹਰਿਆਣੇ ਦੇ ਵਿੱਚ ਜਿੰਨੀਆਂ ਕਮੇਟੀਆਂ ਬਣਦੀਆਂ ਰਹੀਆਂ, ਭਾਵੇਂ ਉੱਥੇ ਮੇਰੀ ਪੀਰੀ ਕਾਲਜ ਤੋਂ ਲੈ ਕੇ ਬਾਕੀ ਚੀਜ਼ਾਂ, ਹੌਲੀ ਹੌਲੀ ਉਹ ਲੋਕ ਸਮਝਣ ਲੱਗ ਗਏ ਕਿ ਸਾਨੂੰ ਸ਼੍ਰੋਮਣੀ ਕਮੇਟੀ ਬਣਦੀ ਪ੍ਰਤੀਨਿਧਤਾ ਨਹੀਂ ਦਿੰਦੀ। ਕਿਤੇ ਇਹ ਕਾਰਨ ਤਾਂ ਨਹੀਂ ਹੋਇਆ ਉਹ ਲੋਕ ਹਕੂਮਤਾਂ ਕੋਲੇ, ਸਟੇਟ ਦੀ ਮਸ਼ੀਨਰੀ ਕੋਲ ਕਿਉਂ ਗਏ, ਮੋਵੇੜੇ ਦੇ ਮੁੱਖ ਮੰਤਰੀਆਂ ਕੋਲ ਕਿਉਂ ਗਏ? ਇਸ ਤੋਂ ਪਹਿਲਾਂ ਕਦੇ ਸ਼ਾਇਦ ਇੱਥੇ ਵੀ ਵਿਸ਼ਲੇਸ਼ਣ ਹੋਵੇ ਤਾਂ ਬਹੁਤ ਬਿਹਤਰ ਹੋਊਗਾ। ਸਰਦਾਰ ਹਮੀਰ ਸਿੰਘ ਜੀ, ਜਿਸ ਤਰ੍ਹਾਂ ਸਰਦਾਰ ਜਗਤਾਰ ਸਿੰਘ ਹੋਰਾਂ ਜ਼ਿਕਰ ਕੀਤਾ ਹੈ ਕਿ ਸੰਸਥਾਵਾਂ ਦੀ ਗਿਰਾਵਟ ਦਾ ਉਹ ਵੀ ਇੱਕ ਮਰਹਲਾ ਸੀਗਾ, ਜਦੋਂ ਸਿਰਸੇ ਵਾਲੇ ਸਾਧ ਨੂੰ ਮਾਫੀ ਦਿੱਤੀ ਗਈ ਤੇ ਫਿਰ ਮਾਫੀ ਵਾਪਸ ਲਈ ਗਈ। ਇਹ ਸਾਰੇ ਮਾਮਲੇ ਦੇ ਵਿੱਚ ਸ਼੍ਰੋਮਣੀ ਕਮੇਟੀ ਇਸ਼ਤਿਹਾਰ ਵੀ ਜਾਰੀ ਕਰਦੀ ਹੈ 92 ਲੱਖ ਰੁਪਏ ਦੇ ਲਗਭਗ। ਦੋਵੇਂ ਸੰਸਥਾਵਾਂ ਉਦੋਂ ਕਟਹਿਰੇ 'ਚ, ਅਜੇ ਤੱਕ ਉਸ ਵੇਲੇ ਦੇ ਜਿੰਨੇ ਵੀ ਅਹੁਦੇਦਾਰ ਸੀ, ਭਾਵੇਂ ਜਥੇਦਾਰ ਸਾਹਿਬਾਨ ਸੀਗੇ ਤੇ ਭਾਵੇਂ ਸ਼੍ਰੋਮਣੀ ਕਮੇਟੀ ਦੇ ਅਹੁਦੇਦਾਰ, ਕਿ ਗਿਆਨੀ ਹਰਪ੍ਰੀਤ ਸਿੰਘ ਉਹਨਾਂ ਨੂੰ ਕਦੇ ਤਲਬ ਕਰਨਗੇ? ਜੇ ਇਹ ਸਵਾਲ ਇਹਨਾਂ ਨੂੰ ਪੁੱਛਿਆ ਜਾਵੇ ਇਹ ਵੀ ਔਖਾ। ਲੇਕਿਨ ਮੈਂ ਤੁਹਾਡੇ ਕੋਲ ਸਵਾਲ ਇਹ ਲੈ ਕੇ ਆਉਣਾ ਚਾਹੁੰਦਾ ਹੈ ਕਿ ਜਥੇਦਾਰ ਸਾਹਿਬ ਸਾਫ਼ ਲਫ਼ਜ਼ਾਂ ਦੇ ਵਿੱਚ ਇਹ ਗੱਲ ਕਹਿ ਰਹੇ ਨੇ ਕਿ ਸਾਡੀਆਂ ਸੰਸਥਾਵਾਂ ਦੇ ਖਿਲਾਫ ਨੈਰੇਟਿਵ ਬਿਲਡ ਕੀਤਾ ਗਿਆ, ਫੇਕ ਆਈਡੀਜ਼ ਦੇ ਉੱਤੋਂ ਪ੍ਰਚਾਰ ਕੀਤਾ ਜਾਂਦਾ ਹੈ, ਸਾਡੇ ਸਾਰੇ ਨਿਗਾਰ ਦੀ ਜੜ ਸਾਡੀਆਂ ਸੰਸਥਾਵਾਂ ਦੀ ਕ੍ਰੈਡੀਬਿਲਿਟੀ ਦਾਅ ਤੇ ਲਾਤੀ ਗਈ ਆ, ਉਹ ਜ਼ਿੰਮੇਵਾਰੀ ਆਇਦ ਕਰ ਰਹੇ ਆ ਦੂਜਿਆਂ ਤੇ। ਇਹਨੂੰ ਕਿਵੇਂ ਲਈਏ? ਗੱਲ ਤਾਂ ਹੋ ਹੀ ਰਹੀ, ਨੈਰੇਟਿਵ ਸਿਰਜੇ ਤਾਂ ਜਾਂਦੇ ਹੀ ਆ। ਵੈਸੇ ਕੁਝ ਹੱਦ ਤੱਕ ਜਥੇਦਾਰ ਸਭ ਠੀਕ ਵੀ ਹੋ ਸਕਦੇ ਜੀ। ਨਹੀਂ, ਅਸਲ 'ਚ ਗੱਲ ਤਾਂ ਇਹ ਕੀਤੀ ਜਾਂਦੀ ਹੈ ਨਾ ਵੀ ਜੇ ਤਰੇੜ ਹੋਏ ਫਾਨਾ ਵੀ ਤਾਂ ਹੀ ਠੁਕਦਾ। ਪਹਿਲਾਂ ਆਪਣੇ ਵੱਲ ਵੀ ਝਾਤੀ ਮਾਰੋ ਕਿ ਨੈਰੇਟਿਵ ਬਣ ਕਾਹਦੇ ਨਾਲ ਰਿਹਾ। ਪਹਿਲਾਂ ਆਪਣੇ ਅੰਦਰ ਜੇ ਪੂਰਾ ਠੀਕ ਠਾਕ ਹੋ। ਇੱਕ ਜ਼ਮਾਨੇ ਤੱਕ ਅਕਾਲੀ ਦਲ ਇਹ ਕਹਿੰਦਾ ਰਿਹਾ ਹਮੇਸ਼ਾ ਕਿ ਕੇਂਦਰ ਸਰਕਾਰ ਸਾਡੇ 'ਚ ਫੁੱਟ ਪਾਉਂਦੀ ਹੈ। ਜੇ ਤਾਂ ਤੁਹਾਨੂੰ ਨਾ ਪਤਾ ਹੋਵੇ ਫਿਰ ਤਾਂ ਅਲੱਗ ਗੱਲ ਹੈ, ਫਿਰ ਤੁਸੀਂ ਫੁੱਟ ਪਵਾਉਂਦੇ ਕਿਉਂ ਭਾਈ? ਉਦੋਂ ਸਵਾਲ ਇਹ ਹੁੰਦਾ ਸੀ ਹਮੇਸ਼ਾ ਕਿ ਜੇ ਨਾ ਕਿਸੇ ਚੀਜ਼ ਦਾ ਪਤਾ ਲੱਗੇ, ਡਾਇਗਨੋਜ਼ ਨਾ ਹੋਵੇ ਬਿਮਾਰੀ, ਉਦੋਂ ਤਾਂ ਤੁਸੀਂ ਠੀਕ ਹੈ ਅਣਜਾਣ ਹੋ,
ਤੁਹਾਨੂੰ ਨਹੀਂ ਪਤਾ ਲੱਗ ਰਿਹਾ, ਤਾਂ ਕੋਈ ਲਾਲਚ ਹੋਏਗਾ ਉਹਦੇ ਕਰਕੇ ਪੈਂਦਾ ਹੋਏਗਾ, ਕੋਈ ਡਰ ਹੋਏਗਾ ਉਹਦੇ ਕਰਕੇ ਪੈਂਦਾ ਹੋਏਗਾ, ਕੋਈ ਤਾਂ ਰੀਜਨ ਹੋਏਗਾ ਨਾ ਜਿਹਦੇ ਕਰਕੇ ਉਹ ਗੱਲ ਆਉਂਦੀ ਹੈ। ਦੂਜੀ ਗੱਲ, ਮੈਨੂੰ ਇਹ ਲੱਗਦਾ ਕਿ ਇਹ ਸੰਸਥਾਵਾਂ ਦਾ ਗਿਰਾਵਟ ਜਿਹੜਾ ਇਖਲਾਕੀ ਤੌਰ ਤੇ ਔਰ ਸਿਆਸੀ ਤੌਰ ਤੇ ਔਰ ਧਾਰਮਿਕ ਤੌਰ ਤੇ ਅੱਜ ਦਾ ਨਹੀਂ, ਇੱਕ ਪ੍ਰੋਸੈਸ ਹੈ ਲੰਮਾ। ਹੁਣ ਤਾਂ ਉਦੋਂ ਬਾਅਦ ਦਿਖਣ ਲੱਗ ਗਿਆ ਬੜੇ ਲੰਮੇ ਸਮੇਂ ਤੋਂ ਬਾਅਦ, ਤਾਂ ਇਹ ਤਾਂ ਅਲੱਗ ਗੱਲ ਹੈ। ਜਦੋਂ ਜਥੇਦਾਰ ਅਕਾਲ ਤਖਤ ਦੀ ਪਦਵੀ ਨੂੰ ਬਾਰ-ਬਾਰ ਵਰਤਿਆ ਗਿਆ ਆਪਣੇ ਆਪਣੇ ਤਰੀਕਿਆਂ ਦੇ ਨਾਲ, ਇਹ ਤੋਂ ਪਹਿਲਾਂ ਵੀ ਰੂਲਿੰਗ ਪਾਰਟੀ ਵਰਤਦੀ ਰਹੀ ਜਿਹੜੀ ਮੇਨ ਅਕਾਲੀ ਦਲ ਸੀ, ਔਰ ਉਹ ਗੱਲ ਵੀ ਯਾਦ ਹੈ ਬਾਰ-ਬਾਰ ਕਈ ਵਾਰ ਪ੍ਰੋਫੈਸਰ ਮਨਜੀਤ ਸਿੰਘ ਕਰਦੇ ਨੇ ਸਟੇਜਾਂ ਤੇ ਉਹ ਗੱਲਾਂ, ਜਦੋਂ ਉਹਨਾਂ ਨੇ ਅਕਾਲੀ ਦਲ ਦੇ ਲੀਡਰਾਂ ਦਾ ਸਮੇਤ ਪ੍ਰਕਾਸ਼ ਸਿੰਘ ਬਾਦਲ ਅਸਤੀਫੇ ਮੰਗੇ ਸੀ ਤਾਂ ਕਿਵੇਂ ਇੱਕ ਭੀੜ ਇਕੱਠੀ ਹੋ ਕੇ ਗਈ ਸੀ ਅਕਾਲ ਤਖਤ ਦੇ ਉੱਤੇ। ਮਤਲਬ ਜਥੇਦਾਰ ਨੂੰ ਤਾਂ ਇੱਦਾਂ ਡਰਾਉਣ ਵਾਲਾ ਹੀ ਕੰਮ ਹੁੰਦਾ ਵੀ ਕੌਣ ਹੈ ਜਥੇਦਾਰ, ਔਰ ਕਈ ਲੀਡਰਾਂ ਨੇ ਤਾਂ ਉਹ ਛਪਿਆ ਵੀ ਕਈ ਠੁੱਡੇ ਵੀ ਮਾਰਤੇ ਸੀ ਵੀ ਕੋਈ ਗੱਲ ਨਹੀਂ ਤੇ ਤੁਸੀਂ ਕਿਵੇਂ ਇਹ ਕਰ ਦੋਗੇ, ਅਸੀਂ ਉਸ ਤਰੀਕੇ ਨਾਲ ਚੱਲਾਂਗੇ। ਉਦੋਂ ਬਾਅਦ ਕਿਸੇ ਨੂੰ ਤਨਖਾਹ ਲੱਗੀ, ਉਦੋਂ ਬਾਅਦ ਕਿਸੇ ਦਾ ਚੀਜ਼ਾਂ ਹੋਈਆਂ, ਜਾਂ ਤੁਸੀਂ ਉਸ ਡੋਮੇਨ 'ਚ ਗੱਲ ਕੀਤੀ ਜਾਂ ਕਿੰਨੀ ਕੀਤੀ, ਉਹ ਵੀ ਇੱਕ ਸਵਾਲ ਸੀ। ਫਿਰ ਜਦੋਂ ਜਥੇਦਾਰ ਰਣਜੀਤ ਸਿੰਘ ਬਣੇ ਤੇ ਇੱਕ ਗੱਲ ਹੋਈ 1999 ਦੇ ਸਾਰਾ ਜਿਹੜਾ ਖਾਲਸਾ ਪੰਥ ਦੀ ਸਾਜਨਾ ਦਾ ਮਾਮਲਾ ਸੀ, ਟੌੜਾ ਸਾਹਿਬ ਦੇ ਖਿਲਾਫ ਇੱਕ ਮੁੱਦਾ ਬਣਾ ਦਿੱਤਾ ਗਿਆ, ਔਰ ਬਣਿਆ ਜਾਂ ਬਣਾ ਦਿੱਤਾ ਗਿਆ ਜੋ ਵੀ ਮਰਜ਼ੀ ਉਹ ਸੀ। ਜਦੋਂ ਉਹਨਾਂ ਨੇ ਇਹ ਕਹਿਤਾ ਸੀ ਆਦਮਪੁਰ ਦੀ ਬਾਈ ਇਲੈਕਸ਼ਨ ਤੋਂ ਬਾਅਦ ਕਿ ਇੱਕ ਅਕਾਲੀ ਦਲ ਦਾ ਪ੍ਰਧਾਨ ਅਲੱਗ ਹੋਣਾ ਚਾਹੀਦਾ, ਦੂਜਾ ਮਤਲਬ ਚੀਫ ਮਿਨਿਸਟਰ ਅਲੱਗ, ਤਾਂ ਕਿ ਅਕਾਲੀ ਦਲ ਦੇ ਪ੍ਰਧਾਨ ਨੂੰ ਕਈ ਉਹ ਸਟੈਂਡ ਲੈਣੇ ਪੈਂਦੇ ਨੇ ਜਿਹੜਾ ਚੀਫ ਮਿਨਿਸਟਰ ਨਹੀਂ ਲੈ ਸਕਦਾ, ਚਾਹੇ ਆਪਣੇ ਹੀ ਬੰਦੇ ਨੂੰ ਬਣਾ ਲਓ ਜਿਹੜਾ ਵੀ ਕੋਈ ਤੁਹਾਨੂੰ ਠੀਕ ਸੂਟ ਕਰਦਾ। ਤੇ ਜਦੋਂ ਉਹ ਚੱਲਿਆ ਸੀ ਉਦੋਂ ਜਥੇਦਾਰ ਵੀ ਕਿਵੇਂ ਲਾ ਕੇ ਪਰਾਂ ਮਾਰੇ, ਤੇ ਜਥੇਦਾਰ ਟੌੜੇ ਤੋਂ ਲੈ ਕੇ ਸਾਰੇ ਜਿਹੜੇ ਇੰਨਾ ਲੰਮਾ ਸਮਾਂ ਰਹੇ, ਤੇ ਉਹ ਸਾਰਾ ਪਾਵਰ ਦੀ ਗੇਮ ਸੀ। ਪਾਵਰ ਗੇਮ ਦੇ ਵਿੱਚ ਜਿਸ ਤਰੀਕੇ ਦੇ ਨਾਲ ਸਾਈਡਲਾਈਨ ਕੀਤਾ ਗਿਆ, ਇਹ ਲਗਾਤਾਰ ਚੱਲਦਾ ਇੱਕ ਪ੍ਰੋਸੈਸ ਹੈ ਜਥੇਦਾਰਾਂ ਦਾ। ਆਏ ਜਥੇਦਾਰ ਗਏ, ਜਦੋਂ ਜਥੇਦਾਰ ਸਾਹਿਬ ਰਸਤੇ ਦੇ ਵਿੱਚ ਜਾਂਦੇ, ਇੱਕ ਹੋਰ ਜਥੇਦਾਰ ਸਾਹਿਬ ਰਸਤੇ ਦੇ ਵਿੱਚ ਜਾਂਦੇ ਇੱਕ ਪੀਸੀਓ ਤੋਂ ਹੁਕਮਨਾਮਾ ਜਾਰੀ ਕਰ ਦਿੰਦੇ ਨੇ, ਮਤਲਬ ਉਸ ਸਾਰੇ ਮਾਮਲਿਆਂ ਦੇ ਵਿੱਚ। ਇਹ ਤਾਂ ਉਦੋਂ ਦੀਆਂ ਚੱਲ ਰਹੀਆਂ ਇੱਕ ਪਰਤਾਰੇ ਨੇ, ਔਰ ਕੀ ਬਾਕੀ ਨਵੇਂ ਆਏ ਜਥੇਦਾਰਾਂ ਨੇ ਉਹਨਾਂ ਦੇ ਟਿੱਪਣੀਆਂ ਤੇ ਉਹਨਾਂ ਦੇ ਇਹੋ ਜਿਹੀਆਂ ਕਾਰਵਾਈਆਂ ਤੇ ਕਦੇ ਨਿੱਠ ਕੇ ਗੱਲ ਕੀਤੀ, ਜਾਂ ਕਦੇ ਸ਼੍ਰੋਮਣੀ ਕਮੇਟੀ ਦੇ ਇਜਲਾਸ 'ਚ ਨਿੱਠ ਕੇ ਗੱਲ ਹੋਈ, ਜਾਂ ਪੰਥ ਦੇ ਵਿੱਚ ਕਦੇ ਕੋਈ ਸਰਬੱਤ ਖਾਲਸਾ ਬੁਲਾ ਕੇ ਕਿਸੇ ਤਰੀਕੇ ਨਾਲ ਕੋਈ ਉਹਨਾਂ ਗੱਲਾਂ ਤੇ ਬਹੁਤ ਸੀਰੀਅਸ ਗੰਭੀਰ ਡਿਬੇਟ ਉਸ ਪੱਧਰ ਤੇ ਕਰਕੇ ਉਹਨੂੰ ਕਰੈਕਟ ਕਰਨ ਦੀ ਟਰਾਈ ਕੀਤੀ ਗਈ ਕਿ ਅੱਗੇ ਨੂੰ ਇਹੋ ਜਿਹੀਆਂ ਚੀਜ਼ਾਂ ਨਾ ਵਾਪਰਨ। ਇਹ ਇੱਕ ਲਗਾਤਾਰ ਵਰਤਾਰਾ ਹੈ। ਫਿਰ ਹੌਲੀ ਹੌਲੀ ਚੱਲਦਾ ਚੱਲਦਾ ਇਹ ਇੱਕ ਫੈਮਿਲੀ ਰੂਲ ਤੱਕ ਆਉਂਦਾ, ਤੇ ਫੈਮਿਲੀ ਦੇ ਕਬਜ਼ੇ ਦੇ ਵਿੱਚ ਸ਼੍ਰੋਮਣੀ ਕਮੇਟੀ, ਅਕਾਲ ਤਖਤ, ਚੀਫ ਮਿਨਿਸਟਰੀ, ਅਕਾਲੀ ਦਲ ਦੀ ਪ੍ਰਧਾਨਗੀ, ਉੱਥੇ ਤੱਕ ਆ ਕੇ ਉਹ ਸਿਮਟ ਜਾਂਦਾ ਜਿਹੜਾ ਸੈਟਅਪ ਹੈ। ਜਦੋਂ ਤੁਸੀਂ ਵਿਸਾਖੀਆਂ ਜਾਂ ਬਾਕੀ ਦੀਆਂ ਚੀਜ਼ਾਂ ਨੇ ਨਾ, ਚਾਰ ਐ ਗੱਡੀ ਬੈਲੈਂਸਡ ਰੂਪ 'ਚ ਜਾਂਦੀ ਆ, ਉਹ ਹਟਾ ਦਿੰਦੇ ਹੋ, ਤਾਂ ਇੱਕ ਲੱਤ ਦੇ ਤੇ ਕਿੰਨਾ ਕੁ ਚਿਰ ਛੜਪੇ ਮਾਰੇ ਜਾ ਸਕਦੇ ਨੇ, ਮਤਲਬ ਅੱਗੇ ਜਾ ਕੇ ਕਿੰਨੀ ਕੁ ਤੇਜ਼ ਦੌੜਿਆ ਜਾ ਸਕਦਾ ਹੈ ਉਸ ਮਾਮਲੇ ਦੇ ਵਿੱਚ ਜਦੋਂ ਸੰਤੁਲਨ ਨਹੀਂ ਰਹਿੰਦਾ, ਉਹ ਬਹੁਤ ਬੜਾ ਸਵਾਲ ਹੈ। ਔਰ ਨਾਲ ਹੀ ਜਥੇਦਾਰ ਸਾਹਿਬ ਨੇ ਜੋ ਅੱਜ ਇੱਕ ਗੱਲ ਕੀਤੀ ਹੈ ਕਿ 47 ਤੋਂ ਬਾਅਦ ਸੁਪਰੀਮ ਕੋਰਟ ਦੱਸੇ ਜਾਂ ਬਾਕੀ ਦੀਆਂ ਗੱਲਾਂ ਨੇ ਵੀ ਪਹਿਲਾਂ ਅੰਗਰੇਜ਼ਾਂ ਨੇ ਪਹਿਲਾਂ ਸਾਡੇ ਗੁਰੂ ਧਾਮਾਂ ਤੇ ਕਬਜ਼ੇ ਕੀਤੇ, ਉਵੇਂ ਹੀ ਹੁਣ ਦੀਆਂ ਸਰਕਾਰਾਂ ਲੱਗੀਆਂ ਰਹੀਆਂ ਨੇ, ਸੁਪਰੀਮ ਕੋਰਟ ਨੇ ਵੀ ਸਾਨੂੰ ਕਦੇ ਇਨਸਾਫ ਨਹੀਂ ਦਿੱਤਾ। ਜੇ ਸਾਰੀਆਂ ਗੱਲਾਂ ਨੂੰ ਉਹ ਪ੍ਰਵਾਨ ਕਰਦੇ ਨੇ ਕਿ ਵਾਕਈ ਐਵੇਂ ਹੋਇਆ, ਤਾਂ ਲਗਾਤਾਰ ਤਾਂ ਕਿਉਂ ਨਹੀਂ ਆ ਉਹਨਾਂ ਗੱਲਾਂ ਤੇ ਏਜੰਡਾ ਬਣਾ ਕੇ ਉਹਦੇ ਲਈ ਲੜਾਈ ਦਾ ਪ੍ਰੋਸੈਸ ਲਗਾਤਾਰ ਉਦੋਂ ਪਹਿਲਾਂ ਤੋਂ ਕਿਉਂ ਨਹੀਂ ਚੱਲਿਆ? ਇਹ ਗੱਲਾਂ ਦਾ ਵਿਆਖਿਆ, ਇਹਨਾਂ ਗੱਲਾਂ ਤੇ ਸੰਵਾਦ ਕਿਉਂ ਲਗਾਤਾਰ ਨਹੀਂ ਫਿਰ ਉਸ ਲੈਵਲ ਤੇ ਹੋਇਆ? ਔਰ ਇੱਕ ਗੱਲ ਹੋਰ ਮੈਨੂੰ ਨਹੀਂ ਸਮਝ ਆਈ, ਮੈਂ ਪਹਿਲੀ ਵਾਰ ਜਥੇਦਾਰ ਸਾਹਿਬ ਦੇ ਮੂੰਹ ਤੋਂ ਸੁਣਿਆ ਕਿਸੇ ਦੇ ਤੋਂ, ਜਾਂ ਸਿੱਖ ਫਿਲਾਸਫੀ ਦੇ ਐਂਗਲ ਤੋਂ ਜਿਹੜੇ ਪ੍ਰਚਾਰਕ ਨੇ ਉਹਨਾਂ ਦੇ ਸਾਹਮਣੇ, ਕਿ ਤੁਸੀਂ ਕਿਉਂਕਿ ਸਾਡੀ ਪਾਰਲੀਮੈਂਟ ਦੇ ਵਿੱਚ ਇੰਨੀਆਂ ਫੁੱਟਾਂ ਪਾਈਆਂ ਨੇ, ਤੋੜ ਫੋੜ ਟੁਕੜੇ ਕਰ ਦਿੱਤੇ ਗਏ ਨੇ, ਖਾਲਸਾ ਪੰਥ ਦੀ ਤੁਹਾਨੂੰ ਵੱਧ ਦੁਆ ਲੱਗੇਗੀ, ਤੁਹਾਡੀ ਪਾਰਲੀਮੈਂਟ ਵੀ ਕਈ ਹਿੱਸਿਆਂ 'ਚ ਟੁੱਟ ਜਾਵੇਗੀ। ਇਹ ਖਾਲਸਾ ਪੰਥ ਵੱਧ ਦੁਆਵਾਂ ਤੇ ਕਦੋਂ ਤੋਂ ਚੱਲਣ ਲੱਗੇ? ਮਤਲਬ ਜਿਹੜਾ ਜੰਗੇ ਮੈਦਾਨ 'ਚ ਜੂਝਦਾ ਹੈ, ਜਿਹੜਾ ਹਰ ਗੱਲ ਨੂੰ ਸਿਰੇ ਮੱਥੇ ਨੂੰ ਉਸ ਮਾਮਲਿਆਂ ਤੋਂ ਲੈਂਦਾ ਹੈ, ਖਾਲਸਾ ਪੰਥ ਫਿਰ ਉਦੋਂ ਤੋਂ ਬਾਅਦ ਗੁਰੂ ਅਰਜਨ ਦੇਵ ਤੋਂ ਬਾਅਦ, ਗੁਰੂ ਤੇਗ ਬਹਾਦਰ ਸਾਹਿਬ ਤੋਂ ਬਾਅਦ, ਸਰਬੰਸਦਾਨੀ ਦੇ ਸਰਬੰਸ ਵਾਰਨ ਤੋਂ ਬਾਅਦ ਬਦਦੁਆਵਾਂ ਤੇ ਖੜ ਜਾਂਦਾ ਜਾ ਕੇ। ਕੀ ਇਹ ਬ੍ਰਾਹਮਣਵਾਦੀ ਕਿਤੇ ਵਰਤਾਰਾ ਤਾਂ ਨਹੀਂ ਹੈ ਵਿਆਖਿਆ ਸਿੱਖੀਜ਼ਮ ਦੀ, ਜਿਹੜਾ ਸਿੱਖੀਜ਼ਮ ਸਪਿਰਿਟ ਦੇ ਆਧਾਰ ਤੇ ਲੜਦਾ ਤੇ ਉਸ ਮਾਮਲੇ ਦੇ ਵਿੱਚ ਖੜਾ ਆਪਣੀ ਗੱਲ ਨੂੰ ਲੌਜਿਕ ਦੇ ਆਧਾਰ ਤੇ ਵੀ ਔਰ ਸਮਰੱਥਾ ਦੇ ਆਧਾਰ ਤੇ ਵੀ ਚੈਲੰਜ ਕਰਦਾ ਕਿਸੇ ਨਾ ਕਿਸੇ ਰੂਪ ਦੇ ਵਿੱਚ। ਇਹ ਕਿੱਧਰ ਸਿਧਾਂਤਕ ਪੜਾ ਕਿੱਧਰ ਨੂੰ ਲੈ ਕੇ ਜਾਊਗਾ ਜੇ ਜਥੇਦਾਰ ਸਾਹਿਬ ਇਸ ਪਾਸੇ ਤੋਰਤਾ ਸਾਰਿਆਂ ਨੂੰ, ਬਾਕੀ ਦੀ ਕੌਮ ਤਾਂ ਕਿਉਂਕਿ ਜਥੇਦਾਰ ਸਾਹਿਬ ਤੋਂ ਅਗਵਾਈ ਲਏਗੀ ਨਾ। ਇਹ ਗੱਲ ਵਿਆਖਿਆ ਦੀ ਮੰਗ ਕਰਦੀ ਹੋ ਸਕਦਾ ਮੈਂ ਨਾੜੀ ਹੋਵਾਂ, ਮੈਨੂੰ ਨਾ ਉਸ ਲੈਵਲ ਦਾ ਪਤਾ ਹੋਵੇ ਕਿ ਨਹੀਂ ਜੀ ਇਹ ਗੱਲਾਂ ਵੀ ਜ਼ਰੂਰੀ ਨੇ, ਇਸੇ ਤਰੀਕੇ ਨਾਲ ਵੀ ਸਿੱਝਿਆ ਜਾਂਦਾ ਰਿਹਾ ਪਹਿਲਾਂ ਵੀ, ਕਦੇ ਮੈਂ ਇਹ ਜਾਣਨਾ ਚਾਹੂੰਗਾ ਕਦੇ ਇਸ ਤਰੀਕੇ ਨਾਲ ਸਿੱਝਿਆ ਜੇਕਰ ਜਾਂਦਾ ਰਿਹਾ ਉਸ ਲੈਵਲ ਦੇ ਉੱਤੇ। ਇੱਕ ਗੱਲ ਇਹਦੇ 'ਚ ਮੈਂ ਜ਼ਰੂਰ ਕਹਿਣਾ ਚਾਹੁੰਦਾ ਹੈ ਕਿ ਜਦੋਂ ਜਥੇਦਾਰ ਸਾਹਿਬ ਇਹ ਕਹਿੰਦੇ ਆ ਕਿ
ਤੁਹਾਨੂੰ ਆਪਣੀ ਪਾਰਲੀਮੈਂਟ ਦੀ ਅਖੰਡਤਾ ਲਈ ਜੋ ਵੀ ਕਰਨਾ ਪਵੇ ਤੁਸੀਂ ਕਰਦੇ ਹੋ, ਜਿਹੜੀ ਵੀ ਤਾਕਤ ਵਰਤਣੀ ਪਵੇ ਕਰਦੇ ਹੋ। ਤੁਹਾਨੂੰ ਸ਼ਰਮ ਆਉਣੀ ਚਾਹੀਦੀ ਆ ਕਿ ਤੁਸੀਂ ਸਿੱਖਾਂ ਦੀ ਪਾਰਲੀਮੈਂਟ ਵੰਡਤੀ ਤੇ ਤੁਹਾਨੂੰ ਖਾਲਸੇ ਦੀ ਬਦਦੁਆ ਲੱਗੂਗੀ। ਮੈਨੂੰ ਲੱਗਦਾ ਕਿਸੇ ਵੇਲੇ ਬੰਦਾ ਉਹਦੇ ਕੋਲ ਲਿਮਟਿਡ ਸ਼ਬਦ ਹੁੰਦੇ ਆ, ਉਹ ਇਹ ਐਲਾਨੇ ਜੰਗ ਨਹੀਂ ਕਰ ਸਕਦਾ ਹੁੰਦਾ। ਇਸ ਤੋਂ ਸਖਤ ਸ਼ਬਦ ਮੈਨੂੰ ਲੱਗਦਾ ਸਿੰਘ ਸਾਹਿਬ ਕੋਲ ਸ਼ਾਇਦ ਹੋਣਗੇ ਨਹੀਂ। ਸਰਦਾਰ ਹਮੀਰ ਸਿੰਘ ਜੀ, ਇਸ ਕਰਕੇ ਜਿਹੜੀ ਗੱਲ ਤੁਸੀਂ ਕਹਿ ਰਹੇ ਹੋ ਸਿਧਾਂਤਕ ਤੌਰ ਤੇ, ਫਲਸਫੇ ਦੇ ਤੌਰ ਤੇ ਗੁਰਮਤ ਦੇ ਨਜ਼ਰੀਏ ਤੋਂ ਤੇ ਇਹ ਜਵਾਬ ਮੰਗਦੀ ਹੈ ਕਿ ਕੀ ਹਾਂ ਸੱਚਮੁੱਚ ਸਿੰਘ ਸਾਹਿਬ ਨੇ ਉਸ ਨਜ਼ਰੀਏ ਤੋਂ ਕਹੀ ਜਾਂ ਸਹਿਜ ਸੁਭਾਅ ਕਹੀ? ਤੁਸੀਂ ਨਾਲ ਗੱਲ ਸਵਾਲ ਉਠਾ ਹੀ ਦਿੱਤਾ, ਜੇ ਕਦੇ ਕਲੈਰਿਟੀ ਆਵੇ। ਹੁਣ ਤੁਸੀਂ ਅਗਲੀ ਗੱਲ ਜਿਹੜੀ ਕਰ ਰਹੇ ਹੋ ਮੈਨੂੰ ਇਹ ਲੱਗਦਾ ਇਹਦੇ ਚ ਕਦੇ ਵੀ ਨਹੀਂ। ਇਦੋਂ ਪਹਿਲਾਂ ਵੀ ਸਿੰਘ ਸਾਹਿਬ ਨੇ ਜਦੋਂ ਸਪੀਚ ਕੀਤੀ ਸੀਗੀ, ਜਿਹਦੇ ਚ ਉਹਨੇ ਕਿਹਾ ਕਿ ਸਾਡੀਆਂ ਸੰਸਥਾਵਾਂ ਦੀ ਹੁਣ ਜੇ ਵੈਲਿਊ ਨੂੰ ਅਸੀਂ ਬੂਹਿਆਂ ਤੇ ਮੰਗਣ ਨਹੀਂ ਜਾਣਾ, ਕਿਸੇ ਦੇ ਮੰਗਤੇ ਬਣ ਕੇ ਪਿੰਡਾਂ 'ਚ ਜਾਓ, ਕਿਰਤੀਆਂ ਨੂੰ ਮਿਲੋ, ਨਵੇਂ ਸਿਰਿਓਂ ਆਪਣੀ ਤਾਕਤ ਇਕੱਠੀ ਕਰੋ ਤੇ ਉਹ ਕਿਰਦਾਰ ਸਿਰਜੋ ਜਿਹੜਾ ਪੁਰਾਣਾ ਅਕਾਲੀਅਤ ਦਾ ਕਿਰਦਾਰ ਸੀ। ਉਹ ਆਪਣੀ ਤਾਕਤ ਤੋਂ ਬਿਨਾਂ ਨਹੀਂ ਕੋਈ ਮਤਲਬ ਉਸ ਲੈਵਲ ਦਾ ਗੱਲ ਕਰੇਗਾ। ਔਰ ਜਿਹੜਾ ਇਹ ਵੀ ਕਿਹਾ ਜਾਂਦਾ ਹੱਥਾਂ ਬਾਹਰ ਕਰਾ ਰਿਹਾ ਬੈਰੀ ਹੋਏ ਨਾ, ਮੇਰੇ ਤੋਂ ਟੋਨ ਸੀ ਉਦੋਂ ਕਿ ਜਿੰਨਾ ਚਿਰ ਤੁਹਾਡੇ ਹੱਥ 'ਚ ਚੀਜ਼ਾਂ ਨਹੀਂ, ਪਰ ਉਹ ਟੋਨ ਇਹ ਨਹੀਂ, ਮੈਨੂੰ ਨਹੀਂ ਲੱਗਦਾ ਕਿ ਇਕੱਲਾ ਸ਼ਬਦਾਵਲੀ ਦਾ ਵੀ ਕੁਐਸਚਨ ਹੋਏ। ਜਥੇਦਾਰ ਸਾਹਿਬ ਕੋਲ ਬਹੁਤ ਭੰਡਾਰ ਹੈ ਬਾਕੀ ਚੀਜ਼ਾਂ ਦਾ ਇੱਧਰ ਉੱਧਰ ਨਾ, ਪਰ ਨਾਲ ਦੀ ਨਾਲ ਇੱਕ ਗੱਲ ਜ਼ਰੂਰ ਹੈ ਇਹ ਕਿ ਜਿਹੜਾ ਸ਼੍ਰੋਮਣੀ ਅਕਾਲੀ ਦਲ ਦੇ ਉਹਨਾਂ ਨੇ ਕਿਹਾ ਪੁਰਾਣੀ ਪਰਿਭਾਸ਼ਾ ਕਿ ਉਹ ਕਿਸਾਨਾਂ ਮਜ਼ਦੂਰਾਂ ਦੀ ਉਸ ਲੈਵਲ ਦੀ ਪਾਰਟੀ ਸੀ, ਸਰਮਾਏਦਾਰਾਂ ਦੀ ਪਾਰਟੀ ਕਦੇ ਵੀ ਨਹੀਂ ਸੀ। ਮੇਰਾ ਖਿਆਲ ਹੈ ਬਹੁਤ ਸੀਰੀਅਸ ਕਮੈਂਟ ਹੈ ਜਦੋਂ ਅਕਾਲੀ ਦਲ ਦੇ ਅੰਦਰ ਗੱਲ ਚੱਲਦੀ ਹੈ ਨਾ, ਉਹ ਕਹਿੰਦੇ ਹੋਰ ਕਿਹਨੂੰ ਬਣਾ ਦਈਏ, ਕਿਸੇ ਕੋਲ ਪੈਸੇ ਹੀ ਹੈ ਨਹੀਂ। ਤੇ ਮਤਲਬ ਇੱਕ ਪਰਿਵਾਰ ਹੈ ਜਿਹਦੇ ਕੋਲ ਪੈਸੇ ਨੇ, ਉਹ ਚਲਾ ਸਕਦਾ ਠੀਕ ਤਰੀਕੇ ਨਾਲ ਚੋਣਾਂ ਲੜਨ ਤੇ। ਅੱਜ ਕੱਲ ਇੰਨਾ ਪੈਸਾ ਖਰਚ ਹੁੰਦਾ ਹੈ ਪਾਰਟੀ ਨੂੰ ਇਕੱਠਾ ਰੱਖਣ ਤੇ, ਇੰਨਾ ਫੈਲਾਨਾ ਪੈਸੇ ਖਰਚ ਹੁੰਦੇ ਨੇ ਰੋਜ਼ ਦੀਆਂ ਮਰਾ। ਇਟ ਮੀਨਸ ਫਿਰ ਹੁਣ ਇਹੀ ਹੈ, ਇੱਕ ਫਿਲਾਸਫੀ ਦਸਵੰਧ ਦੇ ਆਸਰੇ ਆਪਣੀ ਪੋਲਿਟਿਕਸ ਨੂੰ ਖੜਾ ਕਰਦੀ ਹੈ, ਆਪਣੇ ਕਿਰਦਾਰ ਨਾਲ ਖੜਾ ਕਰਦੀ ਹੈ। ਦੂਜੀ ਪਾਰਟੀ ਸਰਮਾਏ ਦੇ ਆਸਰੇ ਦੂਜੀ ਅਪਰੋਚ ਇਹ ਹੈ, ਆਪਣੇ ਕੰਪੀਟੀਸ਼ਨ ਨੂੰ ਜਿੱਤਣਾ ਚਾਹੁੰਦੀ ਹੈ। ਜਥੇਦਾਰ ਸਾਹਿਬ ਦੇ ਅੱਜ ਦੇ ਭਾਸ਼ਣ ਨੇ ਇਹ ਦੋ ਲਾਈਨਾਂ ਤੋਂ ਉਹ ਕਰਤਾ ਕਿ ਕੀ ਸਰਮਾਏ ਦੇ ਆਧਾਰ ਤੇ, ਉਹਨਾਂ ਨੇ ਕਿਹਾ ਵੀ ਸਰਮਾਏ ਦੇ ਆਧਾਰ ਤੇ ਕਦੇ ਵੀ ਅਕਾਲੀ ਦਲ ਦੇ ਰਿਵਾਈਵ ਨਹੀਂ ਹੋਣਾ, ਇਹ ਅੰਦੋਲਨ ਨਹੀਂ ਕਰ ਸਕਦਾ। ਅੰਦੋਲਨ ਤਾਂ ਹੀ ਕਰ ਸਕਦਾ ਹੈ ਜੇਕਰ ਇਹ ਕਿਰਤੀਆਂ ਕਿਸਾਨਾਂ ਦੇ ਵੱਲ ਮੁੜੂਗਾ। ਔਰ ਇਹ ਇੱਕ ਲੈਵਲ ਦਾ ਫਤਵਾ, ਇੱਕ ਲੈਵਲ ਦਾ ਮਤਲਬ ਉਹਨਾਂ ਨੇ ਇੱਕ ਲਾਈਨ ਕੱਢਤੀ ਹੈ ਕਿ ਉਹ ਮਹਿਸੂਸ ਕਰਦੇ ਨੇ, ਕੱਲੇ ਉਹ ਨਹੀਂ ਮਹਿਸੂਸ ਕਰਦੇ, ਬਹੁਤ ਲੋਕ ਮਹਿਸੂਸ ਕਰਦੇ ਨੇ ਵੈਸੇ ਉਸ ਮਾਮਲੇ ਦੇ ਵਿੱਚ। ਔਰ ਹੁਣ ਅਕਾਲੀ ਦਲ ਇਹਨੂੰ ਕਿਵੇਂ ਲਾਊਗਾ ਜਥੇਦਾਰ ਸਾਹਿਬ ਦੇ ਇਹ ਸਾਰੇ ਮਾਮਲੇ ਨੂੰ? ਪਹਿਲਾਂ ਵੀ ਕਈ ਚੀਜ਼ਾਂ ਇਹੋ ਜਿਹੀਆਂ ਨਜ਼ਰ ਆਈਆਂ ਨੇ ਕਿ ਕੀ ਉਹਨਾਂ ਨੂੰ ਹਜਮ ਹੋਏਗਾ ਜਾਂ ਤੇ ਰਿਐਕਟ ਕਰਨਗੇ ਨਹੀਂ ਕਰਨਗੇ, ਇਹ ਅਕਾਲੀ ਦਲ ਦੇ ਸਾਹਮਣੇ। ਕੋਈ ਹੋਰ ਬੰਦਾ ਕਹਿੰਦਾ ਉਹ ਤਾਂ ਅਲੱਗ ਗੱਲ ਹੈ, ਜਦੋਂ ਜਥੇਦਾਰ ਸਾਹਿਬ ਇਸ ਗੱਲ ਦਾ ਇੱਕ ਵਿਆਖਿਆ ਕਰਦੇ ਨੇ ਉਸ ਪੱਧਰ ਦੇ ਉੱਤੇ। ਔਰ ਕੀ ਇਹਨੂੰ ਵੀ ਕਹਿ ਦੇਣਗੇ ਪ੍ਰੈਕਟੀਕਲ ਗੱਲਾਂ ਨਹੀਂ ਹੈ, ਜਿਵੇਂ ਅੱਜ ਕੱਲ੍ਹ ਬਹੁਤ ਸਾਰੇ ਲੋਕ ਕਹਿੰਦੇ ਨੇ ਕਿ ਪ੍ਰੈਗਮੈਟਿਕ ਗੱਲਾਂ ਨਹੀਂ ਹੈ ਜੀ, ਇਹ ਸਿਧਾਂਤਕ ਆਦਰਸ਼ਵਾਦੀ ਗੱਲਾਂ ਨੇ ਕਿ ਕਿਰਦਾਰ ਦੇ ਨਾਲ ਚੋਣਾਂ ਜਿੱਤੀਆਂ ਜਾ ਸਕਦੀਆਂ ਨੇ, ਕਿਰਦਾਰ ਦੇ ਨਾਲ ਪਾਰਟੀਆਂ ਖੜੀਆਂ ਹੋ ਸਕਦੀਆਂ ਨੇ, ਏਜੰਡੇ ਦੇ ਨਾਲ ਪਾਰਟੀਆਂ ਖੜੀਆਂ ਹੁੰਦੀਆਂ ਨੇ। ਇਹ ਵੀ ਇੱਕ ਲਾਈਨ ਹੈ, ਲੋਕ ਇਹ ਵੀ ਇੱਕ ਲੈਂਦੇ ਨੇ ਇੱਕ ਸਾਈਡ ਇਸ ਗੱਲ ਦੀ। ਇਹ ਆਉਣ ਵਾਲੇ ਦਿਨਾਂ ਦੇ ਵਿੱਚ ਮੈਨੂੰ ਲੱਗਦਾ ਦਿਲਚਸਪ ਬਹਿਸ ਚੱਲਣ ਦੇ ਆਸਾਰ ਨੇ। ਸਰਦਾਰ ਜਗਤਾਰ ਸਿੰਘ ਜੀ, ਵੈਸੇ ਮੇਰੀ ਕੋਈ ਹੈਸੀਅਤ ਨਹੀਂ ਸਿੰਘ ਸਾਹਿਬ ਦੇ ਨਜ਼ਰੀਏ ਤੋਂ ਮੈਂ ਇਹ ਗੱਲ ਕਰਾਂ। ਸਿੰਘ ਸਾਹਿਬ ਬਹੁਤ ਉੱਚੀ ਹਸਤੀ ਨੇ, ਉਹ ਜਿੱਥੇ ਸਵਾਈਮਾਨ ਨੇ। ਮੈਨੂੰ ਇਹ ਜ਼ਰੂਰ ਦੱਸਿਓ, ਜਿਵੇਂ ਤੁਸੀਂ ਕਿਹਾ ਕਿ ਸ਼ੁਰੂਆਤ ਵਿੱਚ ਉਹਨਾਂ ਦਾ ਜਿਹੜਾ ਨਜ਼ਰੀਆ ਸੀ, ਫਿਰ ਹੌਲੀ ਹੌਲੀ ਉਹਨਾਂ ਦੀ ਟੋਨ ਬਦਲ ਗਈ, ਜੇ ਮੁੜ ਕੇ ਉਹ ਉਸ ਜਗ੍ਹਾ ਤੇ ਆਏ ਨੇ ਅੱਜ। ਪਿਛਲੇ ਦਿਨਾਂ ਦੇ ਕੁਝ ਵਰਤਾਰੇ ਨੇ ਮੈਂ ਤੁਹਾਡੇ ਧਿਆਨ 'ਚ ਲਿਆਉਣਾ ਚਾਹੂੰਗਾ ਕਿ ਇਹਨਾਂ ਦਾ ਕੋਈ ਅਸਰ ਹੈ। ਇੱਕ ਦਿੱਲੀ ਦੇ ਸਿੱਖ ਆਗੂ ਨੇ ਸਿੰਘ ਸਾਹਿਬ ਵੱਲ ਸਵਾਲ ਦਾਗਤਾ ਵੀ ਜੇ ਕਾਬਲ ਹੁੰਦੇ ਤੇ ਕਾਰਜਕਾਰੀ ਕਿਉਂ ਰਹਿੰਦੇ। ਦੂਜੀ ਗੱਲ, ਇਸ ਮਾਮਲੇ 'ਚ ਇੱਕ ਦੋ ਵਿਅਕਤੀਆਂ ਨੇ ਜਵਾਬ ਦਿੱਤਾ। ਇੱਕ ਸਕੱਤਰ ਸੀ ਸ਼੍ਰੋਮਣੀ ਕਮੇਟੀ ਦੇ ਬਲਵਿੰਦਰ ਸਿੰਘ ਜੌੜਾ ਸਿੰਘ ਆ, ਉਹਨਾਂ ਨੇ ਕਿਹਾ, ਉਹਨਾਂ ਨੇ ਦਿੱਲੀ ਦੇ ਉਸ ਆਗੂ ਦੇ ਉੱਤੇ ਸਵਾਲ ਕਰਤੇ। ਅਕਾਲੀ ਦਲ ਦੇ ਵਿੱਚੋਂ ਇਸ ਗੱਲ ਨੂੰ ਕਿਸੇ ਨੇ ਡਿਫੈਂਡ ਨਹੀਂ ਕੀਤਾ ਜਾਂ ਇਸ ਗੱਲ ਦੇ ਉੱਤੇ ਇਹ ਨਹੀਂ ਕਿਹਾ ਵੀ ਜਥੇਦਾਰ ਨੂੰ ਇਹੋ ਜਿਹੇ ਸਵਾਲ ਕਰਨੇ ਵਾਜਬ ਨਹੀਂ। ਸ਼੍ਰੋਮਣੀ ਕਮੇਟੀ 'ਚੋਂ ਵੀ ਕੋਈ ਆਵਾਜ਼ ਨਹੀਂ ਆਈ। ਸਿੰਘ ਸਾਹਿਬ ਦਾ ਅੱਜ ਦਾ ਭਾਸ਼ਣ ਕਿਤੇ ਅਕਾਲੀ ਦਲ ਦੀ ਨਾਰਾਜ਼ਗੀ ਚੋਂ ਨਹੀਂ ਨਿਕਲਿਆ ਕਿ ਜਿਹੜੀ ਸ਼ਾਇਦ ਅਕਾਲੀ ਦਲ ਇਹ ਸਮਝਦਾ ਹੋਵੇ ਕਿ ਹਰਿਆਣਾ ਕਮੇਟੀ ਦੀ ਜਿਸ ਤਰ੍ਹਾਂ ਗੁਰੂ ਘਰਾਂ ਦੇ ਪ੍ਰਬੰਧ ਲਏ, ਜਿਸ ਤਰੀਕੇ ਨਾਲ ਵੰਡ ਹੋ ਗਈ, ਜੋ ਹੁਣ ਸਾਰਾ ਅਮਲ 'ਚ ਆਇਆ ਪ੍ਰੋਸੈਸ, ਉਸ ਤੋਂ ਬਾਅਦ ਸਿੰਘ ਸਾਹਿਬ ਨੇ ਜ਼ਿੰਮੇਵਾਰ ਲੋਕਾਂ ਨੂੰ ਸੰਮਨ ਕਿਉਂ ਨਹੀਂ ਕੀਤਾ? ਸਿੰਘ ਸਾਹਿਬ ਨੇ ਇਹਦੇ ਉੱਤੇ ਕੋਈ ਸਖਤ ਫੈਸਲਾ ਕਿਉਂ ਨਹੀਂ ਲਿਆ? ਇਸ ਪਰਿਸਥਿਤੀ ਦੇ ਵਿੱਚੋਂ ਸਿੰਘ ਸਾਹਿਬ ਨੂੰ ਅੱਜ ਆਪਣਾ ਇਹ ਐਟੀਟਿਊਡ ਦਿਖਾਉਣਾ ਪਿਆ। ਹਾਲਾਂਕਿ ਮੈਂ ਫਿਰ ਇੱਕ ਵਾਰੀ ਮਾਫੀ ਮੰਗਦਾ, ਮੇਰੀ ਕੋਈ ਔਕਾਤ ਨਹੀਂ ਇਹ ਗੱਲਾਂ ਕਰਨ ਦੀ ਜੀ। ਨਹੀਂ, ਇਹ ਬਹਿਸ ਹੋਣੀ ਚਾਹੀਦੀ ਹੈ ਕਿ ਉਹ ਜਿਹੜੀਆਂ ਇਹ ਸੰਸਥਾਵਾਂ ਦੇ
ਆਗੂ ਹੈਗੇ ਹੈ, ਇਹਨਾਂ ਦਾ ਕਿਰਦਾਰ ਪਿੱਛੇ ਕੀ ਸੀ, ਹੁਣ ਕੀ ਹੈ। ਜਦ ਤੱਕ ਇਹ ਉਸਾਰੂ ਬਹਿਸ ਨਹੀਂ ਚੱਲਦੀ, ਅੱਗੇ ਗਾਲ ਨਹੀਂ ਕੱਢੀ ਦੀ ਕਿਸੇ ਨੂੰ ਵੀ, ਬਾਕੀ ਕਿੰਤੂ ਕਰਨ ਦਾ ਹਰ ਇੱਕ ਨੂੰ ਹੱਕ ਹੈਗਾ। ਸਿੱਖ ਜਿਹੜੀ ਫਿਲਾਸਫੀ ਹੈ ਉਹ ਆਪਣੇ ਆਪ ਦੇ ਵਿੱਚ ਡੈਮੋਕ੍ਰੈਟਿਕ ਹੈ, ਪੰਜ ਪਿਆਰਿਆਂ ਦਾ ਇੰਸਟੀਟਿਊਸ਼ਨ ਹੈ, ਸਾਰਾ ਕੁਛ ਹੈ। ਜਿਹੜੀ ਪਰਮਜੀਤ ਸਿੰਘ ਸਰਨਾ ਹੋਰਾਂ ਦੀ ਸਟੇਟਮੈਂਟ ਹੈ, ਦੇਖੋ ਇਹ ਲੀਡਰ ਬੜੇ ਕਮਾਲ ਦੇ ਹੈ। ਅੱਜ ਤੋਂ 6 ਮਹੀਨੇ ਪਹਿਲਾਂ ਇਹ ਬਾਦਲ ਪਰਿਵਾਰ ਨੂੰ ਲਗਾਤਾਰ ਕਿੰਨੇ ਸਾਲ ਗਾਲਾਂ ਕੱਢੀ ਗਏ, ਪਿਛਲੇ 20 ਸਾਲ, ਤੇ ਸਡਨਲੀ ਉਹਨਾਂ ਦੇ ਗੁਣਗਾਨ ਕਰਨ ਲੱਗ ਪਏ ਉਹਨਾਂ ਦਾ। ਇਸ ਕਰਕੇ ਮੈਂ ਹੁਣ ਇਹਨਾਂ ਨੂੰ ਕੋਈ ਬਹੁਤਾ ਸੀਰੀਅਸ ਨਹੀਂ ਲੈਂਦਾ। ਮੈਂ ਦੇਖਦਾ ਵੀ ਇਹਨਾਂ ਦੇ ਪਿੱਛੇ ਦੇ ਇੰਟਰਸਟ ਕੀ ਹੈ। ਜਿਹੜੀ ਗੱਲ ਤੁਸੀਂ ਕੀਤੀ ਹੈ ਨਾ, ਜਿਹੜੀ ਜਿੱਥੋਂ ਜਥੇਦਾਰ ਜੀ ਕਿਤੇ ਉੱਥੋਂ ਤਾਂ ਨਹੀਂ ਬੋਲੇ ਉਸ ਗੱਲ ਤੋਂ, ਇਹ ਪੋਸੀਬਲ ਹੈ, ਮੈਂ ਰੂਲ ਆਊਟ ਨਹੀਂ ਕਰਦਾ। ਜਥੇਦਾਰ ਜੀ ਹੁਣ ਜਦੋਂ ਆਪਾਂ ਸਿੱਖ ਸੰਸਥਾਵਾਂ ਦੀ ਗੱਲ ਕਰਦੇ ਹਾਂ ਕਮਜ਼ੋਰੀ ਦੀ, ਜਥੇਦਾਰ ਜੀ ਤਾਂ ਸ਼ੁਰੂ ਤੋਂ ਹੀ ਇੰਨੇ ਸਾਲ ਤੋਂ ਅਕਾਲ ਤਖਤ ਦੇ ਕਾਰਜਕਾਰੀ ਜਥੇਦਾਰ ਚੱਲੇ ਆ ਰਹੇ ਹੈ। ਇਹ ਵੀ ਤਾਂ ਇੱਕ ਕਾਰਨ ਹੈ ਜਥੇਦਾਰ ਦੇ ਆਪਣੇ ਅਕਾਲ ਤਖਤ ਦੇ ਸੰਸਥਾ ਦੀ ਕਮਜ਼ੋਰੀ ਦਾ ਆਪਣੇ ਆਪ ਦੇ ਵਿੱਚ। ਸੋ ਇਸ਼ੂਜ਼ ਇਹ ਲਗਾਤਾਰ ਹੈਗੇ ਹੈ। ਜਥੇਦਾਰ ਜੀ ਨੂੰ ਆਪਾਂ ਡਿਸਕਸ ਨਹੀਂ ਕਰ ਰਹੇ, ਗੱਲ ਆਪਾਂ ਇਸ਼ੂਜ਼ ਦੀ ਕਰ ਰਹੇ ਹਾਂ। ਜਥੇਦਾਰ ਜੀ ਜੇ ਸਮਨ ਕਰਨ ਦੀ ਗੱਲ ਹੈ ਹਰਿਆਣਾ ਕਮੇਟੀ ਦੇ ਸੰਦਰਭ ਦੇ ਵਿੱਚ, ਉਹ ਤਾਂ ਸੰਵਿਧਾਨਕ ਮਸਲਾ ਹੈ। ਸੁਪਰੀਮ ਕੋਰਟ ਦੇ ਵਿੱਚ ਕੇਸ ਹਾਰ ਚੁੱਕੇ ਹੈ। ਅਕਾਲੀ ਦਲ ਨੇ ਕਦੇ ਉਹਦੇ ਬਾਰੇ ਸ਼ੁਰੂ ਤੋਂ ਸੀਰੀਅਸਲੀ ਉਸ ਪਾਸੇ ਗੱਲ ਤੁਰੀ ਨਹੀਂ ਸੀਗੀ। ਜਦੋਂ ਸਿਰ ਤੇ ਆ ਗਈ ਉਦੋਂ ਇਹਨਾਂ ਨੇ ਕਾਲ ਦਿੱਤੀ। ਹੁਣ ਜਦੋਂ ਸੰਘਰਸ਼ ਦੀ ਗੱਲ ਕਰਦੇ ਹੈ, ਅਕਾਲੀ ਦਲ ਨੇ ਤੇ SGPC ਦੋਵਾਂ ਨੇ ਕਾਲ ਦਿੱਤੀ ਸੀ ਇਹ ਹਰਿਆਣਾ ਕਮੇਟੀ ਬਣਨ ਤੋਂ ਬਾਅਦ ਹਰਿਆਣੇ ਤੇ ਸੰਘਰਸ਼ ਕਰਨ ਵਾਸਤੇ। ਕਿਸੇ ਨੇ ਬਾਤ ਹੀ ਨਹੀਂ ਸੁਣੀ, ਹੁੰਗਾਰੇ ਨਹੀਂ ਭਰਿਆ ਕਿਸੇ ਨੇ। ਇਸ ਵੇਲੇ ਸਿੱਖ ਸੰਸਥਾਵਾਂ ਦੀ ਕਾਲ ਦੀ ਇਹ ਹਾਲਤ ਹੈਗੀ ਹੈ। ਜੇ SGPC ਦਾ ਪ੍ਰਧਾਨ ਬੰਦੀ ਸਿੰਘਾਂ ਦੇ ਮੋਰਚੇ ਤੇ ਜਾਂਦਾ ਹੈ, ਉੱਥੇ ਉਹ ਮੈਂ ਕਹਿੰਦਾ ਗਲਤ ਹੋਇਆ ਸਾਰਾ ਕੁਝ ਜੋ ਕੁਝ ਹੋਇਆ, ਲੇਕਿਨ ਇਹ ਕਿਉਂ ਹੋਇਆ, ਉਹਨੂੰ ਉੱਥੇ ਕਿਉਂ ਉਹਨਾਂ ਦੀ ਬੇਇੱਜ਼ਤੀ ਕੀਤੀ ਗਈ, ਕੋਈ ਕਾਰਨ ਤਾਂ ਹੋਣਗੇ ਨਾ। ਸੋ ਇਹ ਲੰਬਾ ਚੌੜਾ ਬਿਰਤਾਂਤ ਹੈ। ਇਹ ਜਿਹੜੀ ਪ੍ਰੈਜ਼ੈਂਟ ਸਿੱਖ ਲੀਡਰਸ਼ਿਪ ਹੈ, ਇਹਨੂੰ ਆਪਣੇ ਆਪ ਦੇ ਵਿੱਚ ਅੰਦਰ ਝਾਤੀ ਮਾਰਨੀ ਚਾਹੀਦੀ ਹੈ ਵੀ ਸਾਡਾ ਕਿਰਦਾਰ ਪਿਛਲੇ 30 ਸਾਲ ਦੇ ਵਿੱਚ ਕੀ ਰਿਹਾ ਹੈ, ਤੇ ਗੱਲ ਸਾਰੀ ਕਲੀਅਰ ਹੋ ਜਾਏਗੀ। ਇਹ ਦੁਖਾਂਤ ਸਾਰੀ ਕੌਮ ਭੁਗਤ ਰਹੀ ਹੈ। ਹੁਣ ਇਹ ਕਾਲ ਦੇ ਰਹੇ ਕਿ ਅਕਾਲੀ ਦਲ ਵਾਪਸ ਜਾਵੇ ਆਪਣੇ ਏਜੰਡੇ ਤੇ। ਕਿਹੜਾ ਅਕਾਲੀ ਦਲ ਜਾਵੇ? ਕਿਹਦੀ ਕ੍ਰੈਡੀਬਿਲਿਟੀ ਹੈ ਅਕਾਲੀ ਦਲ ਦੇ ਵਿੱਚ, ਜਿਸ ਤੇ ਲੋਕ ਭਰੋਸਾ ਕਰਨਗੇ ਕਿ ਜੇ ਅਸੀਂ ਹੁਣ ਇਹਨਾਂ ਦੇ ਇਤਬਾਰ ਕਰ ਸਕਦੇ ਹਾਂ? ਉਹਨਾਂ ਦਾ ਮਸਲਾ ਸਿਰਫ ਪਾਵਰ ਪੋਲਿਟਿਕਸ ਹੈ। ਪੰਜਾਬ ਦਾ ਏਜੰਡਾ ਉਹਨਾਂ ਦਾ ਮਸਲਾ ਨਹੀਂ ਹੈ। ਸਿੱਖ ਮਾਮਲੇ ਵੀ ਮੈਨੂੰ ਲੱਗਦਾ ਤਰਜੀਹੀ ਤੌਰ ਤੇ ਪਿੱਛੇ ਧੱਕਦੇ ਗਏ, ਤਾਂ ਕਰਕੇ ਸਭ ਵਾਪਰਦਾ। ਸਰਦਾਰ ਹਰਮੀਤ ਸਿੰਘ ਜੀ, ਜਿਵੇਂ ਸਰਦਾਰ ਜਗਤਾਰ ਸਿੰਘ ਹੋਰਾਂ ਨੇ ਇੱਕ ਸਵਾਲ ਉਠਾਇਆ ਕਿ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਕੌਮੀ ਇਨਸਾਫ ਮੋਰਚੇ 'ਚ ਜਾਂਦੇ ਆ ਤੇ ਉਹਨਾਂ ਨੂੰ ਵਿਰੋਧ ਦਾ ਸਾਹਮਣਾ ਕਰਨਾ ਪੈ ਜਾਂਦਾ। ਇਹ ਨੌਜਵਾਨਾਂ ਦੀ ਤਲਖੀ ਵੀ ਹੈ। ਨੌਜਵਾਨਾਂ ਦੀ ਤਲਖੀ ਅੰਮ੍ਰਿਤਪਾਲ ਦੇ ਅਜਨਾਲੇ ਵਾਲੇ ਘਟਨਾਕ੍ਰਮ 'ਚੋਂ ਵੀ ਦਿਸਦੀ ਹੈ। ਅਨੰਦਪੁਰ ਸਾਹਿਬ ਦੇ ਵਿੱਚ ਹੋਲਾ ਮੁਹੱਲਾ ਦੌਰਾਨ ਹੁੰਦੀਆਂ ਲੜਾਈ ਦੀਆਂ ਘਟਨਾਵਾਂ, ਕੱਲ ਇੱਕ ਕਤਲ ਹੋਇਆ, ਗੁਰਸਿੱਖ ਨੌਜਵਾਨ ਮਰਿਆ ਹੈ। ਇਹ ਛੋਟੀ ਗੱਲ ਨਹੀਂ ਗੀ। ਹਰ ਦਿਨ ਇਸ ਤਰ੍ਹਾਂ ਦੀਆਂ ਘਟਨਾਵਾਂ ਵਾਪਰ ਰਹੀਆਂ। ਸਾਡੇ ਬੱਚੇ ਗੈਂਗਸਟਰ ਬਣਨ ਵੱਲ ਇੰਨੀ ਰੁਚੀ ਕਿਉਂ ਦਿਖਾ ਰਹੇ? ਹਥਿਆਰਾਂ ਦੀ ਚੱਕਾਚੌਂਧ 'ਚ ਗਵਾਚੇ ਕਿਉਂ ਪਏ ਆ? ਹਿੰਸਕ ਪ੍ਰਵਿਰਤੀਆਂ ਇੰਨੀਆਂ ਘਰ ਕਿਉਂ ਕਰ ਗਈਆਂ? ਸੁਸਾਇਟੀ ਦੇ ਕਿਹੜੇ ਹਿੱਸੇ 'ਚ ਇੰਨਾ ਜ਼ਿਆਦਾ ਨਿਘਾਰ ਆ ਗਿਆ? ਕਿੱਥੇ ਸਾਡੀ ਖਾਮੀ ਆ? ਸਾਡੀ ਸਕੂਲਿੰਗ 'ਚ, ਪੈਰੈਂਟਿੰਗ 'ਚ ਕਿੱਥੇ ਪੰਗੇ ਆਣ ਖੜੇ? ਇਹ ਪੂਰੀ ਦੀ ਪੂਰੀ ਕੌਮ ਇੱਕ ਤਰ੍ਹਾਂ ਨਾਲ ਲੜਨ ਵੱਲ ਔਲੀ ਹੋਈ ਆ, ਪਰ ਬੇਤਰਤੀਬੀ ਤਰੀਕੇ ਨਾਲ। ਕੋਈ ਮੁੱਦਿਆਂ ਤੇ ਥੋੜੀ ਲੜ ਰਿਹਾ, ਕੋਈ ਸਿਧਾਂਤਕ, ਕੋਈ ਸੰਗਠਨ, ਕੋਈ ਸਿਧਾਂਤਕ ਕੋਈ ਲੜਾਈ ਹੋਵੇ। ਇਹ ਤਾਂ ਆਪ ਮਹਾਰਾ ਵੇਗ ਆ, ਜਿੱਧਰ ਵਗਦਾ ਹੈ ਆਪਣਾ ਨੁਕਸਾਨ ਕਰਵਾਈ ਚਲੀ ਜਾਂਦਾ। ਪੇਰੈਂਟਸ ਪਿੱਛੇ ਦੁਹੱਥੜਾਂ ਮਾਰਦੇ ਪਏ ਆ, ਲਾਸ਼ਾਂ ਤੇ 70 ਵਿਸ਼ੇ ਪਏ ਆ। ਇਹਨਾਂ ਨੂੰ ਡਿਫਾਈਨ ਕਿਵੇਂ ਕਰੀਏ? ਸਿੰਘ ਸਾਹਿਬ ਸੰਸਥਾਵਾਂ ਦੀ ਕ੍ਰੈਡੀਬਿਲਿਟੀ ਦੀ ਗੱਲ ਕਰ ਰਹੇ ਆ, ਬੱਚਿਆਂ ਨੂੰ ਉਹ ਜ਼ਿੰਮੇਵਾਰ ਇਸ ਕਰਕੇ ਮੰਨ ਰਹੇ ਆ ਕਿ ਸੰਸਥਾਵਾਂ ਕ੍ਰੈਡੀਬਲ ਨਹੀਂ ਰਹੀਆਂ, ਇਹਨਾਂ ਨੂੰ ਰੋਕ ਕੇ ਕੌਣ, ਡਿਸਿਪਲਿਨ ਕੌਣ ਲਾਵੇ? ਪਰ ਸਾਡੇ ਘਰਾਂ ਦਾ ਡਿਸਿਪਲਿਨ ਵੀ ਤੇ ਉੱਡ ਪੁੱਡ ਗਿਆ। ਸਿੱਖੀ ਦਾ ਆਪਣਾ ਇੱਕ ਸੰਕਲਪ ਹੈ, ਸਿੱਖੀ ਦਾ ਆਪਣਾ ਇੱਕ ਸਿਧਾਂਤ ਹੈ। ਸਿੱਖ ਪਰਿਵਾਰਾਂ 'ਚ ਜੰਮੇ ਬੱਚਿਆਂ ਨੂੰ ਇੱਕ ਸਿੱਖਿਆ ਮਿਲਦੀ ਘਰੋਂ, ਇੱਕ ਗੁਰੂ ਘਰ 'ਚੋਂ ਮਿਲਦੀ, ਇੱਕ ਸਕੂਲ 'ਚੋਂ ਮਿਲਦੀ ਆ, ਤੇ ਇੱਕ ਗਾਂ ਤੁਰਦੀ ਪਰੰਪਰਾ ਸੀ ਜਿਹੜੀ ਕਿਤੇ ਖਿੰਡ ਗਈ। ਅਸਲ ਦੇ ਵਿੱਚ ਇਹ ਹੈ ਕਿ ਅੱਜ ਦਾ ਜਿਹੜਾ ਯੁੱਗ ਹੈ ਨਾ, ਅੱਜ ਦਾ ਯੁੱਗ ਮੇਰਾ ਖਿਆਲ ਹੈ, ਜਿਹੜੇ ਲੋਕ ਕਹਿੰਦੇ ਨੇ ਪਹਿਲਾਂ ਮਾਂ ਕੱਲੀ ਤੇ ਮਾਂ ਤੇ ਦੋਸ਼ ਦਿੰਦੇ ਵੀ ਤੂੰ ਠੀਕ ਸਿੱਖਿਆ ਨਹੀਂ ਦਿੱਤੀ ਜਾਂ ਉਹਨੇ ਚੰਗੀ ਸਿੱਖਿਆ ਦੇਤੀ, ਔਰ ਮੈਨੂੰ ਲੱਗਦਾ ਅੱਜ ਦੇ ਦੌਰ 'ਚ 7ਵੀਂ 8ਵੀਂ ਪੜ੍ਹਿਆ ਬੰਦਾ ਪਰਿਵਾਰ ਤੋਂ ਬਾਹਰ ਹੋ ਜਾਂਦਾ ਕਿਸੇ ਨਾ ਕਿਸੇ ਤਰੀਕੇ ਨਾਲ। ਉਹਦੇ ਕੋਲ ਇੰਨਾ ਫਲੱਡ ਹੈ ਇਨਫੋਰਮੇਸ਼ਨ ਦਾ, ਜਿਹੜਾ ਉਹ ਪੁਰਾਣੇ ਸਮੇਂ 'ਚ ਨਹੀਂ ਸੀ ਹੁੰਦਾ। ਪੁਰਾਣੇ ਸਮੇਂ 'ਚ ਗੁਰੂ ਪਰਿਵਾਰ ਹੀ ਰਹਿੰਦਾ ਸੀ, ਇੱਕ ਹੱਦ ਤੱਕ ਜਾਂ ਅਧਿਆਪਕ ਹੁੰਦਾ ਸੀ ਜਾਂ ਬਾਕੀ ਸੀ।
ਇੱਕ ਤਾਂ ਉਹ ਮਾਹੌਲ ਬਿਲਕੁਲ ਇੱਕ ਨਵੇਂ ਦੌਰ ਚੋਂ ਗੁਜ਼ਰ ਰਿਹਾ ਹੈ, ਜਦੋਂ ਛੋਟੇ ਤੋਂ ਛੋਟਾ ਬੱਚਾ ਜੰਮਣ ਤੋਂ ਬਾਅਦ ਹੀ ਮੋਬਾਈਲ ਦੇ ਨਾਲ ਜੁੜ ਜਾਂਦਾ, ਉਹਦੇ ਤੇ ਦੇਖਦਾ ਚੀਜ਼ਾਂ, ਉਹਦੇ ਤੇ ਬਾਕੀ ਦੀਆਂ ਚੀਜ਼ਾਂ ਕਰਦਾ। ਸੈਕੰਡ ਗੱਲ, ਜਿਹੜੇ ਸਰਕਮਸਟੈਂਸਸ ਹੁੰਦੇ ਨੇ, ਮਾਹੌਲ ਹੈ, ਓਵਰਆਲ ਮਾਹੌਲ ਸੋਸਾਇਟੀ ਦਾ, ਉਹ ਸ਼ਾਇਦ ਸਭ ਤੋਂ ਜ਼ਿਆਦਾ ਅਸਰਅੰਦਾਜ਼ ਹੁੰਦਾ। ਤੇ ਪੀਅਰ ਗਰੁੱਪ, ਜਿਹੜੇ ਗਰੁੱਪ ਨਾਲ ਉਹ ਜਿਹੜੀ ਸੰਗਤ ਦੇ ਵਿੱਚੋਂ ਵਿਚਰਦਾ ਹੈ, ਜਿਹੜੇ ਗਰੁੱਪ ਦੇ ਨਾਲ ਜਿਨ੍ਹਾਂ ਦੀ ਸੰਗਤ ਚ ਰਹਿੰਦਾ ਹੈ, ਉਹ ਬਹੁਤ ਹੈ। ਉਹ ਕੀ ਹੈ? ਉਹ ਚਾਰ ਸਪੇਰੇ ਨਿਰਾਸ਼ਤਾ ਦਾ ਆਲਮ ਹੈ, ਬੜੇ ਲੰਬੇ ਸਮੇਂ ਤੋਂ ਨਿਰਾਸ਼ਤਾ ਦਾ ਆਲਮ ਹੈ। ਉਹਨੂੰ ਸਿਆਸਤ 'ਚ ਕੋਈ ਰੋਲ ਮਾਡਲ ਨਹੀਂ ਲੱਭਦਾ, ਉਹਨੂੰ ਧਾਰਮਿਕ ਖੇਤਰ 'ਚ ਕੋਈ ਰੋਲ ਮਾਡਲ ਨਹੀਂ ਲੱਭਦਾ, ਉਹਨੂੰ ਸਮਾਜਿਕ ਖੇਤਰ 'ਚ ਕੋਈ ਰੋਲ ਮਾਡਲ ਨਹੀਂ ਲੱਭਦਾ, ਉਹਨੂੰ ਵਿਦਿਅਕ ਖੇਤਰ 'ਚ ਰੋਲ ਮਾਡਲ ਨਹੀਂ ਲੱਭਦਾ। ਉਹ ਆਪਦੇ ਆਲੇ ਦੁਆਲੇ ਜਿਹੜੇ ਲੋਕ ਦੇਖਦਾ, ਜਿਹੋ ਜਿਹੇ ਕੰਮ ਕਰਦੇ, ਜਿਹੋ ਜਿਹੇ ਵੱਡੇ ਬੰਦੇ ਜਿਹੜੇ ਲੋਕ ਨੇ ਉਹਨਾਂ ਤੋਂ ਉਮਰ ਤੋਂ ਵੱਡੇ, ਉਹ ਦਿਖਾਈ ਦਿੰਦਾ। ਤੇ ਇਦੋਂ ਬਾਅਦ ਉਹਨੂੰ ਆਪਣਾ ਫਿਊਚਰ ਕੀ ਦਿਖਾਈ ਦਿੰਦਾ ਹੈ? ਇੱਥੇ ਸਾਰੀਆਂ ਸੰਸਥਾਵਾਂ ਖਾਲੀ ਹੋ ਰਹੀਆਂ ਨੇ, ਪੜ੍ਹਾਈ ਦਾ ਜੋ ਸਾਡੇ ਸਾਹਮਣੇ ਹਾਲ ਹੈ, ਕਾਲਜ ਬੰਦ ਹੋ ਰਹੇ ਨੇ, ਔਰ ਉਹਨਾਂ ਦੇ ਵਿੱਚ ਜੋ ਕਾਲਜਾਂ ਦੇ ਵਿੱਚ ਇਹ ਸੀ ਕਿ ਯੋਗ ਪੜ੍ਹਾਈ ਹੋਵੇ, ਕਿਤੇ ਲੱਗ ਜੂਗਾ ਜਾ ਕੇ। ਯੂਨੀਵਰਸਿਟੀਆਂ ਹੱਥ ਬੰਨ ਸਰਕਾਰਾਂ ਨੂੰ 200 ਕਰੋੜ ਰੁਪਇਆ ਤੁਸੀਂ ਪੰਜਾਬੀ ਯੂਨੀਵਰਸਿਟੀ ਨੂੰ ਨਹੀਂ ਦੇ ਸਕਦੇ। ਸਾਲ 'ਚ ਮਰ ਰਹੀ ਯੂਨੀਵਰਸਿਟੀ ਹੈ ਜਿਹੜੀ, ਕਹਿੰਦੇ ਸੀ ਮਾਲਵੇ ਨੂੰ ਬਹੁਤ ਚੰਗੇ ਲੀਡਰ ਵੀ ਦਿੱਤੇ, ਲੋਕ ਵੀ, ਪੜ੍ਹਾਈ ਵੀ ਦਿੱਤੀ ਹਾਇਰ ਐਜੂਕੇਸ਼ਨ ਦੀ। ਇਹ ਸਾਰੀਆਂ ਗੱਲਾਂ ਕਰਕੇ ਜਿਹੜਾ ਬੱਚਾ ਹੈ ਉਹ ਜਦ ਤੱਕ ਪ੍ਰਵਾਸ ਵੀ ਕਰ ਰਿਹਾ, ਹਿੰਸਾ ਇੱਕੋ ਟਾਈਪ ਦੀ ਨਹੀਂ ਹੈ। ਜਿਹੜਾ ਕਿਸਾਨ ਤੇ ਮਜ਼ਦੂਰ ਖੁਦਕਸ਼ੀ ਕਰ ਰਿਹਾ, ਉਹ ਵੀ ਹਿੰਸਾ, ਉਹ ਦੂਜੇ ਨੂੰ ਨਹੀਂ ਮਾਰ ਰਿਹਾ, ਉਹ ਆਪਣੇ ਆਪ ਨੂੰ ਜੇ ਮਾਰ ਰਿਹਾ ਤਾਂ ਮਤਲਬ ਹਿੰਸਕ ਰੂਪ ਹੈ ਸਾਡੇ ਅੰਦਰ, ਸਾਨੂੰ ਕੋਈ ਰਸਤਾ ਜਾਂ ਉਮੀਦ ਦਿਖਾਈ ਨਹੀਂ ਦੇ ਰਹੀ। ਔਰ ਜਿਹੜੇ ਬੰਦੇ ਗੈਂਗਸਟਰ ਬਣਦੇ ਨੇ, ਉਹ ਵੀ ਉਹੋ ਜਿਹਾ ਇੱਕ ਰੂਪ ਹੈ। ਜਿਹੜੇ ਬੰਦੇ ਬਾਕੀ ਕਿਸੇ ਮਾਮਲੇ ਦੇ ਵਿੱਚ ਉਹ ਹਿੰਸਕ ਪ੍ਰਦਾਨ, ਤਲਵਾਰਾਂ ਵੱਡੇ ਪੱਧਰ ਤੇ ਲਹਿਰਾਓ, ਵੱਡੇ ਪੱਧਰ ਤੇ ਬਾਕੀ ਚੀਜ਼ਾਂ ਕਰੋ, ਹਥਿਆਰਾਂ ਦਾ ਵੱਡੇ ਪੱਧਰ ਤੇ ਮੁਜ਼ਾਹਰਾ ਕਰੋ, ਉਹ ਵੀ ਇੱਕ ਤਾਕਤ ਦਾ ਹੀ ਮੁਜ਼ਾਹਰਾ ਕਰਨਾ ਚਾਹੁੰਦਾ, ਕਿਉਂਕਿ ਉਹ ਜੋੜ ਕੇ ਹੋ ਜਾਂਦੀ ਹੈ ਕਿ ਉਹਦੀ ਦਰਜਾਬੰਦੀ ਹੈ ਤਾਂ ਉਹ ਉਸੇ ਲਾਈਨ ਦੇ ਵਿੱਚ ਹੈ। ਪਰ ਫਿਊਚਰ ਦੇ ਵਿੱਚ ਮਤਲਬ ਅਸੀਂ ਯੂਥ ਨੂੰ ਉਹ ਰਸਤਾ ਕਿਹੜਾ ਦੇ ਰਹੇ ਹਾਂ? ਸਪੋਰਟਸ ਦੇ ਮਾਮਲੇ ਦੇ ਵਿੱਚ, ਖੇਡਾਂ ਦੇ ਮਾਮਲੇ 'ਚ, ਸੱਭਿਆਚਾਰ ਦੇ ਮਾਮਲੇ ਦੇ, ਸਿਆਸਤ ਦੇ ਮਾਮਲੇ ਦੇ ਵਿੱਚ, ਰੁਜ਼ਗਾਰ ਦੇ ਮਾਮਲੇ ਦੇ ਵਿੱਚ, ਕਿ ਜਿੱਥੇ ਉਹ ਉਧਰ ਨੂੰ ਕੰਮ ਕਰਕੇ ਆਪਣਾ ਨਾਮ, ਇਹ એનર્ਜੀ ਇਹੋ ਜਿਹੀ ਹੁੰਦੀ ਹੈ ਜੰਗ ਏਜ, ਜਿੱਥੇ ਸਭ ਨੂੰ ਐਂ ਲੱਗਦਾ ਵੀ ਮੈਂ ਆਕਾਸ਼ 'ਚ ਉੱਡਣਾ ਚਾਹੁੰਦਾ, ਮੇਰਾ ਵੀ ਨਾਂ ਹੋਵੇ, ਮੈਂ ਸੋਸਾਇਟੀ 'ਚ ਇੱਕ ਚੰਗਾ ਆਪਣਾ ਉਹ ਦੇਖਣਾ ਚਾਹੁੰਦਾ ਕਿਰਦਾਰ ਉਸ ਲੈਵਲ ਤੇ। ਰੂਲ ਆਫ ਲਾ ਕਿੱਥੇ ਹੈ ਜੀ? ਜਿੱਥੇ ਹਰ ਬੰਦਾ ਜੰਗ ਏਜ ਦੇ ਵਿੱਚ ਖੜੇ ਬੰਦੇ ਨੂੰ ਜੇ ਕੋਈ ਸਿਪਾਹੀ ਜਾਂ ਇੰਸਪੈਕਟਰ ਬਦਤਮੀਜੀ ਨਾਲ ਪੇਸ਼ ਆ ਜਾਊਗਾ ਤਾਂ ਉਹ ਰਿਐਕਟ ਕਰੂਗਾ ਉਸੇ ਢੰਗ ਨਾਲ। ਜਿਹੜਾ ਬੰਦਾ ਮਾਂ-ਬਾਪ ਦੀ ਨਹੀਂ ਝੱਲ ਸਕਦਾ, ਬਾਕੀ ਦੀ ਨਹੀਂ। ਅਸੀਂ ਇਹੋ ਜਿਹਾ ਮਾਹੌਲ ਕਿੱਥੇ, ਕਿਹਨੂੰ ਟ੍ਰੇਨਿੰਗ ਹੈ? ਨਾਕੇ ਤੇ ਖੜੇ ਸਿਪਾਹੀ ਨੂੰ ਦੇਖੋ, ਪੁਲਿਸ ਵਾਲਿਆਂ ਨੂੰ ਦੇਖੋ, ਉਹ ਆਪਦੇ ਕਾਰਨ, ਆਪਣੀਆਂ ਚੀਜ਼ਾਂ ਕਾਰਨ ਨੇ। 18 ਘੰਟੇ ਜੌਬ ਕਰਕੇ ਜੇ ਉੱਥੇ ਖੜਾ ਨਹੀਂ ਹੋਣਾ ਤੇ ਉਹਨੇ ਹੋਰ ਕੀ ਹੋਣਾ? ਉਹ ਸਮੁੱਚਤਾ ਦੇ ਵਿੱਚ ਸਾਨੂੰ ਇਹ ਦੇਖਣਾ ਪਏਗਾ। ਮੈਨੂੰ ਲੱਗਦਾ ਕੱਲਾ ਨੌਜਵਾਨਾਂ ਦਾ ਕਸੂਰ ਨਹੀਂ ਹੈ, ਜਿਹੜਾ ਉਦੋਂ ਪਹਿਲੀ ਪੀੜ੍ਹੀ ਉਹਨਾਂ ਨੂੰ ਦੇ ਰਹੀ ਹੈ। ਜਿਹਾ ਜਿਹਾ ਵਿਧਾਨ ਸਭਾ ਤੇ ਪਾਰਲੀਮੈਂਟ 'ਚ ਵਿਵਹਾਰ ਦੇਖ ਰਹੇ ਨੇ ਲੀਡਰਸ਼ਿਪ ਦਾ, ਜਿਹੋ ਜਿਹਾ ਵਿਵਹਾਰ ਅਲੱਗ-ਅਲੱਗ ਜਗ੍ਹਾ ਗੁਰਦੁਆਰਿਆਂ ਦੇ ਵਿੱਚ ਵੀ ਕੋਈ ਦੂਜਾ ਚਲਾ ਗਿਆ, ਕੋਈ ਤੀਜਾ। ਦਰਬਾਰ ਸਾਹਿਬ 'ਚ ਕਈ ਮਾਮਲਿਆਂ ਦੇ ਵਿੱਚ ਲੋਕ ਧਰਨਾ ਦੇਣ ਜਾਂਦੇ ਨੇ, ਜਦੋਂ ਟਾਸਕ ਫੋਰਸ ਤੇ ਉਹਨਾਂ ਦਾ ਪੰਗਾ ਪੈਂਦਾ ਹੈ, ਜਿਹੋ ਜਿਹੇ ਸਲੂਕ ਨਾਲ ਉਹ ਦੇਖਦੇ ਨੇ ਇੱਕ ਦੂਜੇ ਨੂੰ, ਤਾਂ ਉਹਦਾ ਅਸਰ ਤਾਂ ਉਹ ਕਬੂਲਣਗੇ ਕਿ ਇੱਥੇ ਕੋਈ ਨਹੀਂ ਮੰਨਦਾ। ਸਾਡੇ ਇੱਕ ਹੋਰ ਵੀ ਕਲਚਰ 'ਚ ਹਿੱਸਾ ਹੈ, ਜਿਹੜਾ ਬੰਦਾ ਗਿਆਨ ਦੀ ਗੱਲ, ਦਲੀਲ ਦੀ ਗੱਲ, ਸਲੀਕੇ ਦੀ ਗੱਲ ਠੰਡੇ ਜਿਹੇ ਮਤੇ ਨਾਲ ਕਰਦਾ ਨਾ, ਉਹ ਕਹਿੰਦੇ ਇਹ ਬੰਦਾ ਨਹੀਂ ਹੈ। ਬੰਦਾ ਤਾਂ ਦੇਖੋ ਕਿੰਨਾ ਖਾੜਕੂਆ ਫਲਾਨਾ ਖੜਦਾ ਨਾ ਗਾਲਾ ਸਭ ਦੇ ਸਾਹਮਣੇ। ਇੱਕ ਇਹ ਕਲਚਰ 'ਚ ਨਾ ਕਿਹੜੀ ਗੱਲ ਨੂੰ ਵਡਿਆਉਂਦੇ ਆ ਅਸੀਂ, ਉਹ ਗੱਲ ਵੀ ਹੈ। ਜਿਹੜਾ ਸਭ ਤੋਂ ਜ਼ਿਆਦਾ ਵੱਡੀਆਂ ਗੱਲਾਂ ਕਰਦਾ, ਉੱਚੀਆਂ ਗੱਲਾਂ ਕਰਦਾ, ਫਿਰ ਜਦੋਂ ਫਸ ਜਾਏ ਚਾਹੇ ਉਹਦੇ ਨਾਲ ਕੋਈ ਵੀ ਨਾ ਜਾਵੇ ਉਦੋਂ ਬਾਅਦ। ਪਰ ਪਹਿਲਾਂ ਅਸੀਂ ਕਿ ਸੱਭਿਆਚਾਰ ਇਹੋ ਜਿਹਾ ਬਣਾ ਲਿਆ ਕਿ ਬਹਾਦਰ ਉਹ ਬੰਦਾ ਹੈ ਜਿਹੜਾ ਜ਼ਿਆਦਾ ਉੱਚੀ, ਸਾਹਮਣੇ ਵਾਲੇ ਨੂੰ ਜ਼ਿਆਦਾ ਗਾਲਾਂ ਕੱਢਦਾ, ਜ਼ਿਆਦਾ ਬੰਦੀ ਸ਼ਬਦਾਵਲੀ ਬੋਲਦਾ, ਉਹ ਸ਼ਾਇਦ ਬੇਡਰ ਮੰਨਿਆ ਜਾਂਦਾ। ਦੂਜੇ ਨੂੰ ਅਸੀਂ ਡਰਦਾ ਮਨੁੱਖ ਦੇ ਤੌਰ ਤੇ ਇਹ ਕਹਿਤਾ। ਹਾਲਾਂਕਿ ਸਾਡਾ ਸਿੱਖਿਆ ਮਨ ਜੀਤ ਤੇ ਜਗ ਜੀਤ ਦੀ ਹੈ। ਸਾਡੀ ਸਿੱਖਿਆ ਤਾਂ ਲੋਕਾਂ ਨਾਲ ਉਸ ਲੈਵਲ ਦਾ ਸੰਵਾਦ ਰਚਾਉਣ ਦੀ ਹੈ, ਪਰ ਉਹਦੇ ਤੋਂ ਮੇਰਾ ਖਿਆਲ ਹੈ ਮਾਹੌਲ ਡੋਮੀਨੇਟ ਕਰ ਗਿਆ। ਜਿਹੜੇ ਮਾਹੌਲ ਨੂੰ ਕਿਵੇਂ ਠੀਕ ਕੀਤਾ ਜਾਣਾ ਹੈ, ਉਹਦੇ ਤੇ ਅਸੀਂ ਸਿਰ ਜੋੜ ਕੇ ਨਹੀਂ ਬੈਠ ਰਹੇ, ਨਾ ਗਵਰਨਮੈਂਟ ਪੱਧਰ ਤੇ, ਨਾ ਸਿਆਸੀ ਪਾਰਟੀਆਂ ਦੇ ਪੱਧਰ ਤੇ, ਨਾ ਧਾਰਮਿਕ ਆਗੂਆਂ ਦੇ ਪੱਧਰ ਤੇ ਵੱਖ-ਵੱਖ ਦੇ, ਤੇ ਨਾ ਸਮਾਜ ਦੇ ਪੱਧਰ ਦੇ ਉੱਤੇ, ਜਿਹੜਾ ਸਮਾਜਿਕ ਤੌਰ ਤੇ ਸਾਡੇ ਕੋਲ ਕੀ ਹੈ ਲੈਣ ਦੇਣ ਨੂੰ ਹੋਰ। ਇਸ ਕਰਕੇ ਮਾਪੇ ਤਾਂ ਪੀੜਤ ਨੇ। ਕੋਈ ਮਾਪੇ ਨਹੀਂ ਮੇਰੇ ਖਿਆਲ ਹੈ ਆਪਣੇ ਬੱਚੇ ਨੂੰ ਇਹ ਦਿੰਦੇ ਕਿ ਜੀ ਤੂੰ ਨਸ਼ਾ ਕਰ। ਨਸ਼ਾ ਵੀ ਹਿੰਸਾ ਹੈ, ਆਪਣੇ ਆਪ ਤੇ ਕਰਦਾ ਨਸ਼ੇੜੀ ਵੀ ਜਿਹੜਾ ਬੰਦਾ ਤੇ ਆਪਣੇ ਮਾਪਿਆਂ ਤੇ ਵੀ ਕਰਦਾ, ਹਿੰਸਕ ਰਾਹ ਦੇ ਵਿੱਚ ਜਾ ਰਿਹਾ। ਖਾੜਕੂਵਾਦ ਤੋਂ ਬਾਅਦ ਸੁਸਾਈਡ ਦਾ ਦੌਰ, ਨਸ਼ੇ ਦਾ ਦੌਰ, ਪ੍ਰਵਾਸ ਦਾ ਦੌਰ ਤੇ ਬਾਕੀ ਦੇ ਜਿਹੜੀਆਂ ਚੀਜ਼ਾਂ ਨੇ ਇਧਰ ਉਧਰ ਹੋਰ, ਇਹ ਸਾਰੇ ਉਦੋਂ ਬਾਅਦ ਦਾ ਪੈਦਾਵਾਰ ਸਾਡੇ ਨੇ। ਇਹਦੇ ਤੇ ਅਸੀਂ ਅਸਲ 'ਚ ਸੀਰੀਅਸ ਹੋ ਕੇ ਸੋਚਿਆ ਨਹੀਂ ਹੈ ਕਦੇ, ਇਹਦਾ ਕਲੋਜ਼ਰ ਨਹੀਂ ਕਰ ਪਾਏ ਕਦੇ ਨਾ ਕਦੇ। ਇਹਦੇ ਤੇ ਕਰਨ ਦੀ ਲੋੜ ਹੈ, ਨਹੀਂ ਤਾਂ ਫਿਰ ਉਹ ਮਤਲਬ ਇੱਕਾ ਦੁੱਕਾ ਪੈਚ ਵਰਕ ਹੁੰਦਾ ਰਹੂਗਾ। ਕਦੇ ਕੋਈ 4 ਗੱਲਾਂ ਠੀਕ ਹੋ ਗਈਆਂ, ਕਦੇ 4 ਨਹੀਂ ਠੀਕ ਹੋ ਗਈਆਂ। ਇਹ ਬਹੁਤ
ਹਿਸਟਰੀ ਜਾਂ ਹਿਸਟਰੀ ਨਾਲ ਜੁੜਿਆ ਮਾਮਲਾ। ਇੱਕ ਮੈਂ ਐਡੀਸ਼ਨ ਹੋਰ ਕਰਦਾ ਜਿਹੜੀ ਇਹਨਾਂ ਨੇ ਕਿਹਾ ਵੀ ਪੋਸਟ ਮਿਲੀਟੈਂਸੀ, ਇੱਕ ਡਿਜ਼ਾਈਨ ਇੰਪਲੀਮੈਂਟ 93 94 ਦੇ ਵਿੱਚ ਪੰਜਾਬ ਵਿੱਚ ਹੋਇਆ ਸੀ ਸਟੇਟ ਵੱਲੋਂ, ਉਹ ਸੀ ਕਲਚਰਲ ਡਿਸਟੋਰਸ਼ਨ। ਬੜੇ ਪਲਾਨ ਢੰਗ ਦੇ ਨਾਲ ਇੱਕ ਨਵਾਂ ਕਲਚਰਲ ਮਾਹੌਲ ਪੰਜਾਬ ਨੂੰ ਦੇ ਵਿੱਚ ਦਿੱਤਾ ਗਿਆ ਤੇ ਪੁਲਿਸ ਦੀਆਂ ਟੀਮਾਂ, ਪੁਲਿਸ ਨੇ ਇੰਪਲੀਮੈਂਟ ਕੀਤਾ ਜੀ ਸਾਰਾ, ਨਵੇਂ ਕਲਚਰਲ ਟਰੂਪਸ ਖੜੇ ਕੀਤੇ ਗਏ ਤੇ ਉਹਦਾ ਇੰਚਾਰਜ ਵੀ ਸਰਕਾਰ ਦਾ ਇੱਕ ਅਫਸਰ ਸੀਗਾ ਸੈਕਟਰ 8 ਦੇ ਵਿੱਚ, ਚੰਡੀਗੜ੍ਹ ਦੇ ਵਿੱਚ ਦਫ਼ਤਰ ਸੀ ਜਿੱਥੋਂ ਉਹ ਸਾਰਾ ਆਪਰੇਸ਼ਨ ਚੱਲਦਾ ਸੀਗਾ। ਸੋ ਉਹ ਚੱਲਦਾ ਫਿਰ ਜਿਹੜੇ ਗਾਣਿਆਂ ਦੇ ਵਿੱਚ ਡਿਸਟੋਰਸ਼ਨ ਆਈ, ਗਨ ਕਲਚਰ ਆਏ, ਜਿਹੜੀ ਹੁਣ ਆਪਾਂ ਪਿਛਲੇ ਕਈ ਸਾਲਾਂ ਤੋਂ ਗੱਲ ਕਰਦੇ ਆ ਰਹੇ ਹਾਂ, ਉਹ ਉੱਥੋਂ ਸ਼ੁਰੂ ਹੁੰਦਾ ਹੈ। ਉਹਦੀ ਬੈਕਗਰਾਉਂਡ ਹੈ ਕੀ, ਇੱਕ ਪੰਜਾਬ ਨੂੰ ਸਿਸਟੇਮੈਟਿਕਲੀ ਪੰਜਾਬ ਦੇ ਯੂਥ ਨੂੰ ਹੋਰ ਪਾਸੇ ਡਾਇਵਰਟ ਕੀਤਾ ਗਿਆ ਸੀਗਾ। ਉਹ ਹੁਣ ਰਿਜ਼ਲਟ ਭੁਗਤ ਰਹੇ ਆ, ਉਹ ਇੱਕ ਆਸਪੈਕਟ ਹੈ, ਬਾਕੀ ਸਾਰਾ ਨਹੀਂ। ਬਾਕੀ ਜਿਹੜੀ ਟੋਟਲ ਡਿਸਟੋਰਸ਼ਨ ਇਕਨੋਮੀ ਦੀ ਹੈ, ਸੋਸ਼ਲ ਸਿਸਟਮ ਦੀ ਹੈ, ਉਹ ਵੱਖਰਾ ਇਸ਼ੂ ਹੈ। ਜਿਹੜੀ ਗੱਲ ਸਰਦਾਰ ਹਰਮੀਤ ਸਿੰਘ ਹੋਰਾਂ ਕੀਤੀ ਹੈ ਕਿ ਕਿਸੇ ਦੌਰ ਦਾ ਮੁਲਾਂਕਣ ਕਰਕੇ ਉਹਦਾ ਕਲੋਜ਼ਰ ਕਰਨਾ, ਉਹਦੇ ਉੱਤੇ ਇੱਕ ਆਖਰੀ ਬਹਿਸ ਹੋ ਕੇ ਉਹ ਤੋਂ ਅੱਗੇ ਵਧਣਾ, ਸ਼ਾਇਦ ਇਹ ਵੀ ਪ੍ਰਕਿਰਿਆ ਕਦੇ ਅਪਣਾਈ ਨਹੀਂ ਗਈ। ਅਪਣਾਉਂਦਾ ਕੌਣ? ਅਜੇ ਤੱਕ ਤਾਂ ਫੈਸਲਾ ਕੋਈ ਨਹੀਂ ਹੋਇਆ ਕਿ ਕੌਣ ਸਾਡਾ ਲੀਡਰ ਹੈ ਤੇ ਕੌਣ ਅਗਵਾਈ ਦੇਣ ਦੇ ਕਾਬਲ ਹੈ। ਆਖਰੀ ਗੱਲ ਨਹੀਂ, ਮੈਂ ਜੇ ਕਲੋਜ਼ਰ ਦੀ ਗੱਲ ਮੈਂ ਬ੍ਰੌਡਰ ਸੈਂਸ ਕਰਿਆ ਕਰਦਾ ਹਮੇਸ਼ਾ ਹੀ। ਜਿਹੜਾ ਮਿਲੀਟੈਂਸੀ ਦਾ ਪੀਰੀਅਡ ਹੈ ਤੇ ਖਾਸ ਕਰਕੇ ਆਪਰੇਸ਼ਨ ਬਲੂ ਸਟਾਰ, ਜਿਹੜਾ ਇਹਦਾ ਕਲੋਜ਼ਰ ਨਾ ਹੋਣਾ ਹੈ, ਉਹਦੇ ਅਸੀਂ ਰਿਜ਼ਲਟ ਭੁਗਤ ਰਹੇ ਹਾਂ। ਸਿਰਫ ਪੰਜਾਬ ਹੀ ਨਹੀਂ, ਇਹ ਸਾਰਾ ਹਿੰਦੁਸਤਾਨ ਭੁਗਤ ਰਿਹਾ ਔਰ ਭੁਗਤੇਗਾ, ਪਹਿਲਾਂ ਵੀ ਭੁਗਤਿਆ ਸੀਗਾ, ਹੁਣ ਵੀ ਭੁਗਤੇਗਾ। ਇਹ ਉਸ ਮੂਵਮੈਂਟ ਦਾ ਕਲੋਜ਼ਰ ਹੋਣਾ ਬਹੁਤ ਜ਼ਰੂਰੀ ਸੀ ਔਰ ਕਈ ਲੈਵਲ ਤੇ ਹੋਣਾ ਸੀ। ਕਿਸੇ ਵੀ ਪਾਰਟੀ ਨੇ ਕਲੋਜ਼ਰ ਵੱਲ ਕੋਈ ਸਟੈਪ ਇਕੱਠੇ ਹੋ ਕੇ ਨਹੀਂ ਵਧਾਇਆ, ਉੱਥੇ ਸਮੱਸਿਆ ਸਾਰੀ ਹੈ। ਦੋ ਪੱਧਰਾਂ ਤੇ ਆ। ਇੱਕ ਤਾਂ ਇਹਦੇ ਬਾਅਦ ਇੱਕ ਕੰਪਨਸੇਸ਼ਨ, ਇੱਕ ਕੋਈ ਨਾ ਕੋਈ ਇਸ ਖਿੱਤੇ ਨੂੰ, ਇੱਥੋਂ ਦੀ ਨੌਜਵਾਨੀ ਨੂੰ, ਕਿਸਾਨੀ ਨੂੰ ਕੁਝ ਦੇਣਾ ਬਣਦਾ ਸੀ, ਉਹਨਾਂ ਦੀ ਜ਼ਖਮਾਂ ਤੇ ਮਰਹਮ ਲਾਉਣੀ ਬਣਦੀ ਸੀ। ਦੂਜਾ, ਜਿਵੇਂ ਬਾਦਲ ਸਾਹਿਬ ਨੇ ਮਾਨਸਿਕ ਨਜ਼ਰੀਏ ਤੋਂ ਇੱਕ ਟਰੁਥ ਕਮਿਸ਼ਨ ਦੀ ਗੱਲ ਹੋਈ, ਉਹਨੂੰ ਵੀ ਕਰਕੇ ਛੱਡ ਦੇਣਾ, ਸਿਰੇ ਤੱਕ ਨਾ ਲੈ ਕੇ ਜਾਣਾ। ਮੈਨੂੰ ਲੱਗਿਆ ਅਜੇ ਵੀ ਜ਼ਖਮ ਉਹ ਉਚੇੜੇ ਜਾਂਦੇ ਨੇ ਬਾਰ-ਬਾਰ, ਉਹ ਜ਼ਖਮ ਰਿਸਦੇ ਵੀ ਨੇ। ਮੈਂ ਸਰਦਾਰ ਜਗਤਾਰ ਸਿੰਘ ਜੀ ਇੱਕ ਲਾਸਟ ਸਵਾਲ ਲੈਣਾ, ਬੜਾ ਅਹਿਮ ਪੱਖ ਆਏ। ਸਿੰਘ ਸਾਹਿਬ ਨੇ ਆਪਣੀ ਸਪੀਚ ਵਿੱਚ ਮਸਲੇ ਗਿਣਾਤੇ, ਸ਼ਿਕਵੇ ਕਰਤੇ, ਸੰਸਥਾਵਾਂ ਦੇ ਨਿੱਘੜ ਜਾਣ ਦੀ ਗੱਲ ਤੇ ਉਹਦੇ ਖਿਲਾਫ ਚਲਾਏ ਜਾਂਦੇ ਨੈਰੇਟਿਵ ਦੀ ਗੱਲ ਕਰਤੀ, ਫੇਕ ਆਈਡੀਜ਼ ਦੀ ਗੱਲ ਕਰਤੀ, ਪਰ ਇਹਦਾ ਹੱਲ ਨਹੀਂ ਦੱਸਿਆ। ਇਹ ਸਾਰੇ ਹਿੰਸਕ ਪ੍ਰਵਿਰਤੀਆਂ ਤੋਂ ਲੈ ਕੇ ਸਿੰਘ ਸਾਹਿਬ ਦੀ ਸਪੀਚ ਦੇ ਮੂਲ ਥੀਮ ਨੂੰ ਜੇ ਧਿਆਨ 'ਚ ਰੱਖੀਏ, ਇਨ ਟੋਟੈਲਿਟੀ ਇਹਦਾ ਕੋਈ ਸੋਲੂਸ਼ਨ ਹੈ? ਇਹ ਇਸ਼ੂ ਬ੍ਰੌਡਰ ਇਸ਼ੂ ਜਿਹੜੀ ਆਪਾਂ ਗੱਲ ਕਰਦੇ ਹੁੰਦੇ ਕਈ ਵਾਰੀ, ਸਿੱਖ ਸੰਸਥਾਵਾਂ ਦੇ ਰਿਵਾਈਵਲ ਦੀ ਗੱਲ ਹੈ। ਇਹ ਸ਼ੁਰੂ ਰਿਵਾਈਵਲ ਤਾਂ ਅਕਾਲੀ ਦਲ ਤੋਂ ਹੋਣਾ ਹੈ। ਬਾਕੀ ਸੰਸਥਾਵਾਂ ਦੀ ਜਿਹੜੀ ਲੀਡਰਸ਼ਿਪ ਹੈ ਉਹ ਕਲੋਜ਼ਲੀ ਲਿੰਕਡ ਹੈ ਇੱਥੇ ਸਾਰੀ ਗੱਲ ਤੇ ਆ ਕੇ, ਔਰ ਅਕਾਲੀ ਦਲ ਦੀ ਲੀਡਰਸ਼ਿਪ ਨੇ ਹੀ ਇਹ ਸਿਚੁਏਸ਼ਨ ਹੈ ਜਿਹੜੀ ਅੱਜ ਦੀ ਤਰੀਕ ਦੇ ਵਿੱਚ ਇਹਨਾਂ ਸੰਸਥਾਵਾਂ ਦੀ ਉਹ ਪੈਦਾ ਕੀਤੀ ਹੈ। ਸੋ ਬਿਗਨਿੰਗ ਉੱਥੋਂ ਸ਼ੁਰੂ ਹੋਵੇ ਤੇ ਜੇ ਜਥੇਦਾਰ ਸਾਹਿਬ ਇਨੀਸ਼ੀਏਟਿਵ ਲੈਣ ਤੇ ਸਭ ਦੀ ਇੱਕ ਵਾਰੀ ਮੇਰੇ ਖਿਆਲ ਦੇ ਵਿੱਚ ਅਕਾਲ ਤਖਤ ਤੇ ਹੀ ਸਭ ਦੀ ਬ੍ਰੌਡ ਇੱਕ ਮੀਟਿੰਗ ਬੁਲਾ ਕੇ ਜਿਹੜੇ ਪੰਥ ਹਿਤੈਸ਼ੀ ਹੈ, ਸਿੱਖ ਲੀਡਰਸ ਹੈਗੇ ਹੈ, ਉਹ ਸਵਾਲ ਸਾਹਮਣੇ ਰੱਖਣ ਵੀ ਸਿਚੁਏਸ਼ਨ ਇਹ ਹੈ ਤੇ ਤੁਸੀਂ ਦੱਸੋ ਇਹ ਜਿਹੜੀ ਲੀਡਰਸ਼ਿਪ ਹੈ ਇਹਦੀ ਕ੍ਰੈਡੀਬਿਲਿਟੀ ਖਤਮ ਹੋ ਚੁੱਕੀ ਹੈ, ਅਗਲਾ ਸਟੈਪ ਕੀ ਲੈਣਾ ਹੈ। ਉਸ ਤੋਂ ਬਿਨਾਂ ਇਹ ਸੰਸਥਾਵਾਂ ਰਿਵਾਈਵ ਨਹੀਂ ਹੋ ਸਕਦੀਆਂ। ਜਥੇਦਾਰ ਜੀ ਹੁਣ ਅਗਲਾ ਸਟੈਪ ਚੱਕਣ। ਸਿਰਫ ਇਹ ਕਹਿਣ ਨਾਲ ਗੱਲ ਨਹੀਂ ਬਣਦੀ ਕਿ ਨਿਗਾਰ ਆ ਚੁੱਕਿਆ ਹੈ, ਸਭ ਨੂੰ ਪਤਾ ਨਿਗਾਰ ਕਿਉਂ ਆਇਆ ਹੈ ਔਰ ਕੌਣ ਜ਼ਿੰਮੇਦਾਰ ਹੈ। ਇਸ਼ੂ ਇਹ ਹੈ ਕਿ ਅਗਲਾ ਸਟੈਪ ਕੀ ਲੈਣਾ ਹੈ ਤੇ ਕੌਣ ਲਏਗਾ। ਬੱਚਿਆਂ ਨੂੰ ਰੋਲ ਮਾਡਲ ਦਿਖਾਉਣ ਦੀ ਲੋੜ ਆ, ਬੱਚਿਆਂ ਨੂੰ ਰੋਲ ਮਾਡਲ ਨਜ਼ਰ ਆਉਣੇ ਚਾਹੀਦੇ ਆ। ਕੁਝ ਲੋਕ ਅਮਲ ਨਾਲ ਸਾਹਮਣੇ ਉਹ ਲੀਡ ਕਰਦੇ ਨਜ਼ਰ ਆਉਣੇ ਚਾਹੀਦੇ ਆ। ਕੁਰਬਾਨੀ ਦਾ ਜਜ਼ਬਾ ਸਿਰਫ ਤਲਵਾਰ ਨਾਲ ਹੀ ਨਹੀਂ ਹੁੰਦਾ, ਸਿਰ ਦੇ ਕੇ ਨਹੀਂ ਹੁੰਦਾ। ਕਈ ਵਾਰੀ ਤੁਹਾਨੂੰ ਬਹੁਤ ਰਹਿਣੀ ਸਹਿਣੀ ਦੇ ਵਿੱਚ ਉਹ ਦਿਖਾ ਕੇ ਵੀ ਆਉਂਦਾ ਹੈ। ਤੇ ਮੈਨੂੰ ਲੱਗਦਾ ਕਿ ਸਾਡੀ ਇਹ ਇੱਕ ਬਹੁਤ ਵੱਡੀ ਘਾਟ ਸਮਾਜਿਕ ਖੇਤਰ 'ਚ ਵੀ ਪੈਦਾ ਹੋ ਗਈ। ਪੇਰੈਂਟਸ ਨੂੰ ਵੀ ਇਹਦੇ ਉੱਤੇ ਫਿਕਰਮੰਦੀ ਦੀ ਲੋੜ ਆ। ਬੱਚਾ ਘਰੋਂ ਜਾਂਦਾ, ਘਰੇ ਮੁੜਦਾ, ਉਹਦੀਆਂ ਸਾਰੀਆਂ ਐਕਟੀਵਿਟੀਜ਼ ਨੂੰ ਕਦੇ ਧਿਆਨ ਨਾਲ ਦੇਖਿਆ, ਜੇ ਉਹਦੇ 'ਚ ਕੋਈ ਤਬਦੀਲੀ ਆ ਰਹੀ ਤੇ ਉਹਨੂੰ ਵੀ ਦੇਖਣ ਦੀ ਲੋੜ ਆ। ਸਮਾਜ ਦੇ ਵਿੱਚ ਇਹ ਪੈਦਾ ਹੋ ਰਹੇ ਟ੍ਰੈਂਡ ਵੀ ਰੁਕਣੇ ਚਾਹੀਦੇ ਆ, ਅਦਰਵਾਈਜ਼ ਕੋਈ ਸੁਰੱਖਿਅਤ ਮਹਿਸੂਸ ਨਹੀਂ ਕਰੇਗਾ। ਅੱਜ ਤੁਹਾਡਾ ਬੱਚਾ, ਕੱਲ ਕਿਸੇ ਹੋਰ ਦਾ ਬੱਚਾ, ਕੱਲ ਕਿਸੇ ਦਾ ਹੋਰ, ਘਰ ਉਜੜਦੇ ਰਹਿਣਗੇ। ਔਰ ਸਿਸਟਮ ਤਾਂ ਐ ਚੱਲਦਾ ਹੀ ਰਹਿੰਦਾ, ਬੜਾ ਫੂਲ ਪ੍ਰੂਫ ਹੁੰਦਾ ਹੈ, ਕਿਤੇ ਨੂੰ ਮਾਫ ਨਹੀਂ ਕਰਦਾ ਤੇ ਆਪਣੇ ਦੇ ਵਿੱਚ ਕਦੇ ਕੋਈ ਖਾਮੀ ਵੀ ਨਹੀਂ ਕੱਢਦਾ। ਬਹੁਤ ਮਿਹਰਬਾਨੀ, ਬਹੁਤ ਧੰਨਵਾਦ। ਥੈਂਕ ਯੂ, ਸ਼ੁਕਰੀਆ ਜੀ।